ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਜ਼ਾਹਰਾਂ ਜ਼ਹੂਰ ਹਾਜ਼ਰਾਂ ਹਜ਼ੂਰ ਸਰਬ ਕਲਾ ਭਰਪੂਰ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਦਿਦਾਰੇ ਪਰਸ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਹੋ। ਸਰਬ ਆਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਚਨਾ ਤੋਂ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਗੁਰ ਸ਼ਬਦ ਦੀ ਵਿਚਾਰ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਭਾਈ ਸਾਹਿਬ ਜੀ ਦੀ ਰਚਨਾ ਤੋਂ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ। ਇਹ ਜੀਵਨ ਬੀਤ ਰਿਹਾ ਹੈ, ਕਿਸੇ ਦਾ ਕਿਸੇ ਪ੍ਰਕਾਰ ਨਾਲ, ਕਿਸੇ ਦਾ ਕਿਸੇ ਪ੍ਰਕਾਰ ਨਾਲ। ਜੀਵਨ ਦੀ ਰੌਂ ਆਪਣੀ ਰਫਤਾਰ ਦੇ ਮੁਤਾਬਕ ਤੁਰਦੀ ਚਲੀ ਜਾਂਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਫਰਮਾਉਂਦੇ ਹਨ, ਬੀਤ ਜਾਹੇ ਜਨਮ ਅਕਾਜ ਰੇ, ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ। हे ਮੂਰਖ, हे ਨਿਲਾਜ ਪ੍ਰਾਣੀ, ਕਿਉਂ ਨਹੀਂ ਤੂੰ ਹਰੀ ਪਰਮੇਸ਼ਰ ਦਾ ਨਾਮ ਲੈਂਦਾ। ਇਹ ਜ਼ਿੰਦਗੀ ਬੀਤਦੀ ਜਾ ਰਹੀ ਹੈ, ਅਕਾਰਥ ਬੀਤਦੀ ਜਾ ਰਹੀ ਹੈ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧਹ ਨਿਤ ਪਾਰਚ। ਮਾਧਵੇ ਭਜ ਦਿਨ ਨਿਤ ਰੈਣੀ, ਜਨਮ ਪਦਾਰਥ ਜੀਤ ਹਰ ਸਰਣੀ। ਤੇਰੀ ਇਹ ਜ਼ਿੰਦਗੀ ਬੀਤਦੀ ਜਾ ਰਹੀ ਹੈ, ਵਿਕਾਰਾਂ ਦੇ ਵਿੱਚ ਖਚਤ ਹੋਇਆਂ ਬੀਤਦੀ ਜਾ ਰਹੀ ਹੈ। ਡਾਕਟਰ ਭਾਈ ਵੀਰ ਸਿੰਘ ਸਾਹਿਬ ਕਹਿੰਦੇ ਹਨ, ਇਹ ਠਹਿਰਨ ਜਾਚ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਵਦਾ, ਕਰ ਸਫਲ ਉਡੰਦਾ ਜਾਵਦਾ। ਰਹੀ ਵਾਸਤੇ ਘੱਟ, ਸਮੇਂ ਨੇ ਇੱਕ ਨਾ ਮੰਨੀ, ਖਿੱਚ ਖਿੱਚ ਰਹੀ ਤਰੀਕ, ਸਮੇਂ ਖਿਸਕਾਈ ਕੰਨੀ। ਇਹ ਆਪਣੀ ਰਫਤਾਰ ਨਾਲ ਬੀਤਦਾ ਜਾ ਰਿਹਾ ਹੈ। ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਹ ਜੀਵਨ ਸਾਡਾ ਕਿਸ ਕਿਸ ਪ੍ਰਕਾਰ ਨਾਲ ਬੀਤ ਰਿਹਾ ਹੈ, ਉਹਦਾ ਜ਼ਿਕਰ ਅੱਜ ਦੇ ਪਾਵਨ ਸ਼ਬਦ ਵਿੱਚ ਕਰ ਰਹੇ ਨੇ। ਆਓ ਮਨ ਔਰ ਬਿਰਤੀਆਂ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜੀਏ। ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਵਾਹਿਗੁਰੂ। ਧੰਨ ਗੁਰੂ ਅਰਜਨ ਦੇਵ ਸਾਹਿਬ ਦਾ ਜਾਪ ਜਪਣ ਵਾਲੇ ਮੁੜ ਕੇ ਗਰਭ ਜੂਨੀਆਂ 'ਚ ਨਹੀਂ ਆਉਂਦੇ, ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ। ਕਿਉਂ? ਕਿਉਂਕਿ ਗੁਰੂ ਅਰਜਨ ਦੇਵ ਸਾਹਿਬ ਤੇ ਪਾਰ ਬ੍ਰਹਮ ਪਰਮੇਸ਼ਰ 'ਚ ਕੋਈ ਭੇਦ ਨਹੀਂ, ਤੇ ਪਰਮੇਸ਼ਰ ਦਾ ਜਾਪ ਜਪਣ ਵਾਲੇ ਗਰਭ ਜੂਨੀਆਂ 'ਚ ਆ ਹੀ ਨਹੀਂ ਸਕਦੇ। ਐਸੇ ਦੀਨ ਦਿਆਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾਂ। ਰਾਮ ਕਲੀ ਰਾਗ ਹੈ, ਯੋਗੀਆਂ ਦਾ ਪ੍ਰਿਯਤਮ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। 913 ਅੰਗ ਤੇ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਕਾਹੂ ਬਿਹਾਵੈ ਰੰਗ ਰਸ ਰੂਪ। ਕਾਹੂ ਕਿਸੇ ਦੀ ਜ਼ਿੰਦਗੀ, ਕਈਆਂ ਦੀ ਜ਼ਿੰਦਗੀ ਰੰਗਾਂ ਵਿੱਚ ਖਚਤ ਹੋ ਕੇ ਬੀਤ ਰਹੀ ਹੈ।
ਕਈ ਤਰ੍ਹਾਂ ਦੇ ਰੰਗ ਨੇ ਸੰਸਾਰ ਦੇ, ਉਹਨਾਂ ਰੰਗਾਂ ਵਿੱਚ ਮਸਤ ਹੋ ਕੇ ਕੌਤਕ ਕੌੜ ਤਮਾਸ਼ਿਆ ਚੇਤਨਾ ਆਵ ਸੁਨਾਓ, ਏਦਾਂ ਬੀਤ ਰਹੀ ਹੈ। ਸੰਸਾਰ ਦੇ ਰੰਗ ਹੀ ਤੇ ਇਹਨਾਂ ਨੂੰ ਚੰਗੇ ਲੱਗਦੇ ਆ ਤੇ ਉਹਨਾਂ ਰੰਗਾਂ ਵਿੱਚ ਹੀ ਮਸਤ ਰਹਿੰਦੇ ਹਨ। ਉਹਨਾਂ ਰੰਗਾਂ ਦਾ ਫਿਰ ਰਸ ਹੈ। ਰੰਗ ਦਾ ਮਤਲਬ ਹੁੰਦਾ ਵੀ ਸੰਸਾਰ ਦੇ ਕਈ ਪ੍ਰਕਾਰ ਦੇ ਕੌਤਕ ਜਿਹੜੇ ਸੰਸਾਰ ਵਿੱਚ ਹੋ ਰਹੇ ਨੇ, ਕਿਤੇ ਕਾਮ, ਕਿਤੇ ਕ੍ਰੋਧ, ਕਿਤੇ ਈਰਖਾ, ਕਿਤੇ ਦਵੈਸ਼, ਇਹ ਸਭ ਰੰਗ ਹੀ ਨੇ। ਇਹਨਾਂ ਰੰਗਾਂ ਦਾ ਰਸ ਆਉਂਦਾ ਜੀਵ ਨੂੰ। ਇਹਨਾਂ ਦੇ ਰਸ ਦੇ ਵਿੱਚ ਜੀਵ ਦੀ ਜਿਹੜੀ ਬਿਰਤੀ ਹੈ ਉਹ ਤਦਾਕਾਰ ਹੁੰਦੀ ਹੈ। ਉਹਨਾਂ ਰਸਾਂ ਤੋਂ ਇਲਾਵਾ ਇਹਨੂੰ ਕੁਝ ਹੋਰ ਸੁਝਦਾ ਹੀ ਨਹੀਂ। ਜਿਵੇਂ ਕੋਹਲੂ ਦਾ ਬੈਲ ਕੋਹਲੂ ਦੇ ਆਲੇ ਦੁਆਲੇ ਘੁੰਮੀ ਜਾਂਦਾ ਨਾ, ਏਦਾਂ ਜੀਵ ਦੀ ਬਿਰਤੀ, ਮਨੁੱਖ ਦੀ ਬਿਰਤੀ ਸੰਸਾਰ ਦੇ ਨਾ ਰੰਗਾਂ ਰਸਾਂ ਦੇ ਆਲੇ ਦੁਆਲੇ ਹੀ ਘੁੰਮੀ ਜਾਂਦੀ ਹੈ, ਉਸ ਤੋਂ ਆਸੇ ਪਾਸੇ ਨਹੀਂ ਜਾਂਦੀ। ਔਰ ਉਹਨਾਂ ਰੰਗਾਂ ਦੇ ਰਸਾਂ ਦੇ ਵਿੱਚ ਫਿਰ ਆਪਣੇ ਰੂਪ ਦੇ ਮਾਣ ਤੇ ਗੁਰੂਰ ਵਿੱਚ ਰੂਪ ਦਾ ਵੀ ਰਸ ਹੈ ਨਾ, ਕਿਉਂਕਿ ਰਸ ਸ਼ਬਦ ਦੋਹਾਂ ਪਾਸੇ ਲੱਗੇਗਾ। ਰੰਗਾਂ ਦਾ ਵੀ ਰਸ ਹੈ, ਸੰਸਾਰ ਦੇ ਪਦਾਰਥਾਂ ਦੇ ਰੰਗਾਂ ਦਾ ਰਸ, ਫਿਰ ਉਹ ਰਸ ਅੱਗੇ ਰੂਪ ਨਾਲ ਵੀ ਜੁੜੇਗਾ, ਰੂਪ ਦਾ ਵੀ ਰਸ ਹੈ। ਇੰਨਾ ਜ਼ਿਆਦਾ ਰੂਪ ਦਾ ਰਸ ਹੈ ਵੀ ਘੰਟਿਆਂ ਬੱਧੀ ਸ਼ੀਸ਼ੇ ਦੇ ਸਾਹਮਣੇ ਆਪਣੇ ਆਪ ਨੂੰ ਵੇਖ ਕੇ ਨਿਹਾਰੀ ਜਾਂਦਾ ਔਰ ਸਮਾਂ ਜਾਈ ਬਤੀਤ ਕਰੀ ਜਾਂਦਾ ਹੈ। ਕਬੀਰ ਜੀ ਮਹਾਰਾਜ ਟੁਰੇ ਜਾਂਦੇ ਵੇਖਦੇ ਵੀ ਇੱਕ ਸੱਜਣ ਰੋਜ਼ ਸ਼ੀਸ਼ਾ ਸਾਹਮਣੇ ਰੱਖ ਕੇ ਘੰਟਿਆਂ ਬੱਧੀ ਸਿਰ ਤੇ ਪੱਗ ਬੰਨ੍ਹਦਾ ਔਰ ਉਹਦੇ ਵਿੱਚ ਹੀ ਆਪਣਾ ਸਮਾਂ ਪਰਮੇਸ਼ਰ ਦੇ ਭਜਨ ਕਰਨ ਵਾਲਾ ਜਿਹੜਾ ਵੇਲਾ ਜਾਈ ਬਤੀਤ ਕਰੀ ਜਾਂਦਾ, ਵੇਖ ਵੇਖ ਕੇ ਆਪਣੇ ਆਪ ਨੂੰ ਖੁਸ਼ ਹੋਈ ਜਾਂਦਾ। ਕਬੀਰ ਜੀ ਨੇ 2 ਦਿਨ 4 ਦਿਨ ਵੇਖਿਆ, ਇੱਕ ਦਿਨ ਕਹਿਣ ਲੱਗੇ, ਸੱਜਣਾ ਜਿਹੜੇ ਸਿਰ ਤੇ ਆ ਪੇਚ ਲਾ ਲਾ ਕੇ ਪੱਗ ਬੰਨ੍ਹਦਾ ਹੈ, ਇੱਕ ਦਿਨ ਐਸਾ ਹੋਣਾ ਵੀ ਇਸ ਸਿਰ ਨੂੰ ਕਾਵਾਂ ਨੇ ਆਪਣੀਆਂ ਚੁੰਝਾਂ ਨਾਲ ਸਵਾਰਨਾ ਹੈ। ਕਦੇ ਉਸ ਗੱਲ ਨੂੰ ਵੀ ਚੇਤੇ ਕੀਤਾ? ਆਪਣੇ ਰੂਪ ਦੇ ਰਸ ਵਿੱਚ ਅੱਜ ਹਰ ਇੱਕ ਮਨੁੱਖ, ਹਰ ਇੱਕ ਇਸਤਰੀ ਆਪਣੇ ਰੂਪ ਨੂੰ ਸੁੰਦਰ ਬਣਾਉਣ ਵਾਸਤੇ ਕਈ ਪ੍ਰਕਾਰ ਦੇ ਤਰੀਕੇ ਤੇ ਤਰਕੀਬਾਂ ਲੱਭਦੇ ਰਹਿੰਦੇ। ਕਿਸੇ ਆਖਿਆ ਮੁਲਤਾਨੀ ਮਿੱਟੀ ਲਾਓ ਮੂੰਹ ਤੇ ਚਿਹਰਾ ਸੁੰਦਰ ਹੋ ਜਾਂਦਾ, ਜਿਉਂ ਮਲਣ ਲੱਗੇ। ਕਿਸੇ ਆਖਿਆ ਆਹ ਚੀਜ਼ ਲਾਓ ਚਿਹਰਾ ਸੁੰਦਰ ਹੋ ਜਾਂਦਾ, ਕਿਸੇ ਆਖਿਆ ਆਹ ਲਾਓ ਤੇ ਚਿਹਰਾ ਸੁੰਦਰ ਹੋ ਜਾਂਦਾ। ਅੱਜ ਧੜਾ ਧੜ ਵਪਾਰ ਹੋ ਰਿਹਾ ਸੁੰਦਰਤਾ ਨੂੰ ਵਧਾਉਣ ਵਾਸਤੇ। ਹਜ਼ਾਰਾਂ ਰੁਪਈਏ ਨਹੀਂ, ਲੱਖਾਂ ਰੁਪਈਏ ਦੇ ਹਿਸਾਬ ਨਾਲ ਵਿਆਹ ਵਾਲੇ ਦਿਨ ਲਾੜੀ ਤੇ ਲਾੜੇ ਨੂੰ ਤਿਆਰ ਕਰਨ ਵਾਸਤੇ ਹੀ, ਲੀਪਾ ਪੋਚੀ ਕਰਨ ਵਾਸਤੇ ਹੀ ਬਟੋਰ ਲਿਆ ਜਾਂਦਾ ਵੀ ਸੁੰਦਰ ਨਜ਼ਰ ਆਵਣ। ਸੁੰਦਰਤਾ ਕੁਦਰਤ ਵਿੱਚ ਹੈ ਗੁਰੂ ਖਾਲਸਾ ਜੀ, ਸੁੰਦਰਤਾ ਗੁਣਾਂ ਵਿੱਚ ਹੈ। ਜੇ ਗੁਣ ਪੱਲੇ ਨਹੀਂ ਤੇ ਬਾਹਰਲੇ ਚਮੜੇ ਦੀ ਸੁੰਦਰਤਾ ਕੀ ਕਰੇਗੀ। ਜੇ ਰਸਨਾ ਤੋਂ ਹਮੇਸ਼ਾ ਕੜਵੇ ਬੋਲ ਬੋਲੇ ਜਾਂਦੇ ਹਨ, ਜੇ ਰਸਨਾ ਤੋਂ ਹਮੇਸ਼ਾ ਨਿੰਦਾ ਚੁਗਲੀ ਦੀ ਬਾਤ ਕਹੀ ਜਾਂਦੀ ਹੈ, ਤੇ ਚਿਹਰਾ ਲੱਖ ਸੁੰਦਰ ਹੋਵੇ ਉਹ ਕਿਸ ਕੰਮ ਦਾ ਜੇ ਰਸਨਾ ਤੋਂ ਬੋਲ ਸੁੰਦਰ ਨਹੀਂ ਹਨ। ਤੋ ਸੁੰਦਰਤਾ ਸ਼ੁਭ ਗੁਣਾਂ ਦੀ ਹੈ। ਇੱਕ ਕਥਾ ਸੁਣਾਈ ਜਾਂਦੀ ਹੈ ਵਿਦਵਾਨ ਜਨਾਂ ਵੱਲੋਂ। ਕਹਿੰਦੇ ਇੱਕ ਵੇਰੀ ਕਰੂਪਤਾ ਦੀ ਦੇਵੀ ਇਹ ਸੰਸਾਰ ਵਿੱਚ ਆਈ, ਦੂਜੇ ਪਾਸੇ ਸੁੰਦਰਤਾ ਦੀ ਦੇਵੀ ਆਈ। ਕਰੂਪਤਾ ਤੇ ਸੁੰਦਰਤਾ ਦੀ ਦੇਵੀ ਇੱਕ ਤਾਲ ਦੇ ਵਿੱਚ ਇਸ਼ਨਾਨ ਕਰਨ ਲੱਗੀਆਂ। ਸੁੰਦਰਤਾ ਦੀ ਦੇਵੀ ਨੇ ਆਪਣੇ ਆਭੂਸ਼ਣ ਗਹਿਣੇ ਆਦਿਕ ਉਤਾਰ ਕੇ ਰੱਖੇ ਔਰ ਜਿਹੜੀ ਕਰੂਪਤਾ ਦੀ ਦੇਵੀ ਸੀ ਉਹਨੇ ਆਪਣੇ ਸਰੀਰ ਤੇ ਸੰਗਾਸ਼ ਸਜਾ ਲਏ ਤੇ ਉੱਥੋਂ ਟੁਰਦੀ ਬਣੀ।
ਸੁੰਦਰਤਾ ਦੀ ਦੇਵੀ ਬਾਹਰ ਆਈ, ਉਹਦੇ ਹੁਣ ਗਹਿਣੇ ਜੋ ਜਿਤਨੇ ਆਭੂਸ਼ਣ ਸੁੰਦਰਤਾ ਦਾ ਜੋ ਕੁਝ ਵੀ ਸੀ, ਰਾਗ ਸਾਜ ਵਸਤਰ ਆਦਿ ਕੁਝ ਵੀ ਨਹੀਂ। ਉਸ ਦਿਨ ਤੋਂ ਬਾਅਦ ਕਰੂਪਤਾ ਨੂੰ ਸੁੰਦਰਤਾ ਦੇ ਗਹਿਣਿਆਂ ਨਾਲ ਕੱਜਣ ਵਾਸਤੇ ਹਰ ਵੇਲੇ ਲੋੜ ਪੈਂਦੀ ਹੈ। ਸੁੰਦਰਤਾ ਤਾਂ ਗੁਰੂ ਖਾਲਸਾ ਜੀ ਗੋਦੜੀ ਵਿੱਚ ਵੀ ਹੀਰੇ ਤੇ ਲਾਲ ਚਮਕਦੇ ਨਜ਼ਰ ਆਉਂਦੇ ਹਨ। ਉਹਨਾਂ ਨੂੰ ਹਾਰਾਂ ਸ਼ਿੰਗਾਰਾਂ ਦੀ ਜਾਂ ਅਨੇਕ ਪ੍ਰਕਾਰ ਦੇ ਆ ਬਾਹਰਲੇ ਅਡੰਬਰ ਦੀ ਲੋੜ ਨਹੀਂ ਰਹਿ ਜਾਂਦੀ। ਤੋ ਕਈ ਕੇਵਲ ਰੂਪ ਦੇ ਰਸ ਵਿੱਚ, ਆਪਣੇ ਰੂਪ ਦੇ ਰਸ ਵਿੱਚ, ਜਾਂ ਫਿਰ ਕਿਸੇ ਦੂਸਰੇ ਦੇ ਰੂਪ ਦੇ ਰਸ ਵਿੱਚ, ਕਿਉਂਕਿ ਰੂਪ ਦਾ ਆਪਣੇ ਦਾ ਵੀ ਰਸ ਹੈ ਤੇ ਕਿਸੇ ਦੂਸਰੇ ਦੇ ਰੂਪ ਨੂੰ ਵੇਖਣ ਦਾ ਵੀ ਰਸ ਹੈ। ਉਸ ਰਸ ਵਿੱਚ, ਰੰਗਾਂ ਦੇ ਵਿੱਚ ਮਸਤ ਹੋਇਆ ਮਨੁੱਖ ਦੀ ਜ਼ਿੰਦਗੀ ਬਿਹਾਵੈ ਬੀਤ ਰਹੀ ਹੈ। ਕਾਹੂ ਬਿਹਾਵੈ ਮਾਈ ਬਾਪ ਪੂਤ। ਕਿਤਨਿਆਂ ਦੀ ਜ਼ਿੰਦਗੀ ਹੈ ਜਿਹੜੀ ਮਾਂ ਬਾਪ ਪੁੱਤਰ ਨਾਲ ਸਨੇਹ ਕਰਕੇ, ਉਹਨਾਂ ਨਾਲ ਮਮਤਾ ਕਰਕੇ, ਉਹਨਾਂ ਨਾਲ ਪ੍ਰੀਤ ਕਰਕੇ ਬੀਤ ਰਹੀ ਹੈ। ਉਹਨਾਂ ਤੋਂ ਇਲਾਵਾ ਇਹਨੂੰ ਆਪਣਾ ਪਰਮਾਰਥ ਨਹੀਂ ਸੁਝਦਾ ਕਿ ਮੇਰਾ ਜੀਵਨ ਮੈਨੂੰ ਪ੍ਰਾਪਤ ਹੋਇਆ, ਇਹਦਾ ਪ੍ਰਯੋਜਨ ਕੀ ਹੈ, ਇਹਦਾ ਮਨੋਰਥ ਕੀ ਹੈ। ਕੇਵਲ ਪੁੱਤਰ ਧੀਆਂ ਪਰਿਵਾਰ ਸਾਕ ਸਰਬੰਧੀਆਂ ਤੇ ਉਹਨਾਂ ਦੇ ਨਾਲ ਮੋਹ ਸਨੇਹ ਕਰਦੇ ਹੀ ਬੀਤ ਰਹੀ ਹੈ। ਐਸਾ ਨਹੀਂ ਕਹਿ ਰਹੇ ਪਾਤਸ਼ਾਹ ਮਾਂ-ਬਾਪ ਤੇ ਇਹਨਾਂ ਦੇ ਪਰਿਵਾਰ ਦੀ ਜਿਹੜੀ ਸੇਵਾ ਜ਼ਿੰਮੇਵਾਰੀ ਹੈ ਉਹ ਨਹੀਂ ਨਿਭਾਉਣੀ। ਕੇਵਲ ਉਹਨਾਂ ਵਿੱਚ ਹੀ ਆਪਣੀ ਸੁਰਤ ਨੂੰ ਖਚਿਤ ਕਰਕੇ ਆਪਣਾ ਜੀਵਨ ਬਤੀਤ ਕਰਨਾ, ਇਹ ਤਾਂ ਸਹੀ ਨਹੀਂ, ਇਹ ਤਾਂ ਯੋਗ ਨਹੀਂ ਕਿ ਆਪ ਭਜਨ ਨਾ ਕਰੀਏ, ਨਿਤਨੇਮ ਨਾ ਕਰੀਏ, ਬਾਣੀ ਨਾ ਪੜ੍ਹੀਏ, ਕੇਵਲ ਉਹਨਾਂ ਦੇ ਨਾਲ ਸਨੇਹ ਕਰਦਿਆਂ, ਮੋਹ ਕਰਦਿਆਂ, ਮਮਤਾ ਕਰਦਿਆਂ, ਪ੍ਰੀਤ ਕਰਦਿਆਂ ਆਪਣੀ ਜ਼ਿੰਦਗੀ ਨੂੰ ਬਸਰ ਕਰਨਾ ਇਹ ਯੋਗ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਬਹੁਤਿਆਂ ਦੀ ਜ਼ਿੰਦਗੀ ਇਸ ਤਰੀਕੇ ਨਾਲ ਬਿਹਾਵੈ ਬੀਤ ਰਹੀ ਹੈ। ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ। ਕਿਸੇ ਦੀ ਜ਼ਿੰਦਗੀ ਬੀਤ ਰਹੀ ਹੈ, ਰਾਜ ਭਾਗ ਨੂੰ ਕਿਵੇਂ ਕੀਤਾ ਜਾਵੇ, ਕਿਵੇਂ ਇਹਦਾ ਵਿਸਥਾਰ ਕੀਤਾ ਜਾਵੇ, ਕਿਵੇਂ ਇਹਨੂੰ ਸਥਾਪਿਤ ਕੀਤਾ ਜਾਵੇ। ਮਿਲਖ ਕਹਿੰਦੇ ਨੇ ਜ਼ਮੀਨ ਜਾਇਦਾਦ ਨੂੰ। ਕਿਸੇ ਦੀ ਬਿਰਤੀ ਜ਼ਮੀਨ ਜਾਇਦਾਦ ਵਾਲੇ ਪਾਸੇ ਲੱਗੀ ਹੈ ਔਰ ਉਸੇ ਦੇ ਵਿੱਚ ਖਚਿਤ ਹੋਇਆ ਆਪਣੇ ਜੀਵਨ ਨੂੰ ਬਤੀਤ ਕਰ ਰਹੇ ਹਨ, ਉਸੇ 'ਚ ਹੀ ਖਚਿਤ ਕਰਕੇ। ਪਾਤਸ਼ਾਹ ਇੱਧਰ ਦਮਦਮਾ ਸਾਹਿਬ ਦੇ ਇਲਾਕੇ 'ਚ ਵਿਚਰ ਰਹੇ ਕਲਗੀਧਰ ਸੁਆਮੀ, ਉੱਥੇ ਇੱਕ ਕਾਣਾ ਤਿੱਤਰ ਫਿਰਦਾ ਸੀ। ਜ਼ਮੀਨ ਦੇ ਆਲੇ ਦੁਆਲੇ ਉੱਤੇ ਉੱਤੇ ਉੱਡੀ ਜਾਵੇ, ਫਿਰੀ ਜਾਵੇ। ਮਹਾਰਾਜ ਜੀ ਨੇ ਤੀਰ ਮਾਰਿਆ, ਉਹਦਾ ਸ਼ਿਕਾਰ ਕੀਤਾ। ਸਿੱਖਾਂ ਆਖਿਆ ਮਹਾਰਾਜ ਜੀ ਇਹ ਕੀ ਖੇੜੇ ਨੂੰ ਮਾਰਨ ਵਾਸਤੇ ਤਾਂ ਬਾਜ ਵੀ ਭੇਜ ਸਕਦੇ ਸੀ। ਪਾਤਸ਼ਾਹ ਕਹਿੰਦੇ ਜਾ ਕੇ ਵੇਖੋ ਇਹਦੀ ਅੱਖ, ਇੱਕ ਅੱਖ ਕੋਈ ਨਹੀਂ, ਇਹ ਕਾਣਾ ਹੈ। ਸਿੱਖ ਗਏ, ਜਾ ਕੇ ਵੇਖਿਆ ਵੀ ਉਹਦੀ ਅੱਖ ਕਾਣੀ ਆ, ਬਾਕੀ ਇੱਕ ਤਿੱਤਰ ਦੀ ਅੱਖ ਨਹੀਂ। ਆ ਕੇ ਕਲਗੀਧਰ ਜੀ ਨੂੰ ਪੁੱਛਿਆ ਮਹਾਰਾਜ ਇਹ ਕੀ ਖੇਡ ਹੈ। ਮਹਾਰਾਜ ਜੀ ਕਹਿੰਦੇ ਭੂਮੀਆਂ ਭੂਮ ਉੱਪਰ ਨਿਤ ਲੁੱਝੈ। ਇਹ ਇਸ ਜ਼ਮੀਨ ਦਾ ਮਾਲਕ ਸੀ, ਇਸ ਜ਼ਮੀਨ ਦੀ ਮਮਤਾ ਵਸ ਹੋ ਕੇ ਇਹਦੇ ਆਲੇ ਦੁਆਲੇ ਕਈ ਜੂਨੀਆਂ ਵਿੱਚ ਭਟਕਦਾ ਫਿਰਦਾ ਹੈ, ਕਦੇ ਤਿੱਤਰ ਬਣ ਕੇ, ਕਦੇ ਬਟੇਰਾ ਬਣ ਕੇ, ਕਦੇ ਡੱਡੂ, ਕਦੇ ਚੂਹਾ, ਔਰ ਇਸ ਜ਼ਮੀਨ ਦੇ ਵਿੱਚ ਹੀ ਭਟਕੀ ਜਾਂਦਾ। ਸਾਡੀ ਆਮਦ ਹੋਈ ਹੈ ਇੱਥੇ, ਅਸੀਂ ਇਹਦੀ ਬੰਦ ਖਲਾਸੀ ਕੀਤੀ ਹੈ, ਇਸ ਮਮਤਾ ਤੋਂ ਇਹਨੂੰ ਮੁਕਤ ਕੀਤਾ ਹੈ। ਜਿੱਥੇ ਕਿਸੇ ਦੀ ਮਮਤਾ ਬਣ ਜੇ ਫਿਰ ਉੱਥੇ ਹੀ ਉਹਦੇ ਜੀਵਨ ਬਤੀਤ ਹੋ ਜਾਂਦੇ ਨੇ। ਇੱਕ ਜੀਵਨ ਨਹੀਂ, ਫਿਰ ਕਈ ਜ਼ਿੰਦਗੀਆਂ, ਕਈ ਜੂਨੀਆਂ ਦੇ ਵਿੱਚ ਫਿਰ ਉੱਥੇ ਭਟਕਦਾ ਰਹਿੰਦਾ ਜੀਵ। ਮਿਲਖ ਨਾਮ ਹੁੰਦਾ ਜ਼ਮੀਨਾਂ ਜਾਇਦਾਦਾਂ ਦਾ। ਕਹਿੰਦੇ ਉਹਨਾਂ ਜ਼ਮੀਨਾਂ ਦੇ ਵਿੱਚ ਆਪਣੀ ਸੁਰਤ ਨੂੰ ਖਚਿਤ ਕਰਕੇ ਉੱਥੇ ਹੀ ਜ਼ਿੰਦਗੀ ਬੀਤ ਰਹੀ ਹੈ। ਵਪਾਰਾ, ਕਈ ਪ੍ਰਕਾਰ ਦੇ ਵਪਾਰਾਂ ਦੇ ਵਿੱਚ ਕਈਆਂ ਦੀ ਸੁਰਤ ਲੱਗੀ ਹੈ ਔਰ ਉਹਨਾਂ ਵਪਾਰਾਂ ਦੇ ਵਿੱਚ ਇਹੋ ਜਿਹੇ ਖਚਿਤ ਨੇ, ਨਾ ਦਿਨੇ ਪਰਮੇਸ਼ਰ ਚੇਤੇ ਆਉਂਦਾ, ਨਾ ਅੰਮ੍ਰਿਤ ਵੇਲੇ ਚੇਤੇ ਆਉਂਦਾ। ਹਰ ਵੇਲੇ ਤਿਨਾਂ ਦੀ ਸੁਰਤੀ ਵਿੱਚ ਵਪਾਰ ਹੀ ਚੱਲਦਾ ਰਹਿੰਦਾ ਕਿ ਵਪਾਰ ਕਿਵੇਂ ਕੀਤਾ ਜਾਏ। ਇੱਕ ਸੱਜਣ ਕਿਤੇ ਸੰਗਤ ਵਿੱਚ ਜਾਣ ਲੱਗ ਪਿਆ, ਪਹਿਲੋਂ ਜਾਂਦਾ ਨਹੀਂ ਸੀ। ਸਾਰਾ ਦਿਨ ਪਹਿਲੋਂ ਕੱਪੜੇ ਦੀ ਦੁਕਾਨ ਤੇ ਕੱਪੜਾ ਵੇਚਣਾ,
ਸ਼ਾਮ ਤੱਕ ਰਾਤ ਤੱਕ ਕੱਪੜਾ ਵੇਚੀ ਜਾਣਾ, ਕਦੇ ਕਿਤੇ ਸੰਗਤ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਸੰਗਤ ਵਿੱਚ ਬੈਠਾ ਇੱਕ ਦਿਨ ਅੱਖ ਲੱਗ ਗਈ, ਅੱਗੇ ਸੱਜਣ ਬੈਠਾ ਸੀ, ਅੱਖ ਲੱਗੀ ਤੇ ਅੱਖ ਲੱਗੀ ਦੇ ਵਿੱਚ ਸੁਪਨਾ ਵੇਖਣ ਲੱਗ ਪਿਆ। ਕਥਾ ਕੀਰਤਨ ਹੋ ਰਿਹਾ ਪਰ ਇਹਦੀ ਨੀਂਦ ਲੱਗੀ ਹੋਈ, ਅੱਖ ਲੱਗੀ ਤੇ ਸੁਪਨੇ ਵਿੱਚ ਵੇਖਦਾ ਗਾਹਕ ਆਇਆ, ਉਹਨੇ ਕੱਪੜਾ ਮੰਗਿਆ ਤੇ ਗਾਹਕ ਆਖੇ ਵੀ ਮੈਂ ਇੰਨੇ ਪੈਸੇ ਦੇਣੇ, ਕਹਿੰਦਾ ਮੈਂ ਇੰਨੇ ਲੈਣੇ। ਉਹ ਵਾਪਸ ਜਾਣ ਲੱਗਾ, ਉਹਨੂੰ ਕਹਿੰਦਾ ਠਹਿਰ ਠਹਿਰ ਜਾਈ ਨਾ, ਕੱਪੜਾ ਲੈ ਕੇ ਜਾਈ। ਇਹ ਕਹਿ ਕੇ ਇਹਨੇ ਕੱਪੜਾ ਪਾੜਿਆ। ਹੁਣ ਉੱਥੇ ਸੁਪਨੇ ਵਿੱਚ ਤਾਂ ਨਹੀਂ ਪਾਟਾ ਕੱਪੜਿਆ, ਸਾਹਮਣੇ ਜਿਹੜਾ ਸੱਜਣ ਬੈਠਾ ਸੀ ਉਹਦੇ ਕੁੜਤੇ ਦਾ ਪਿਛਲਾ ਪਾਸਾ ਇਹਦੇ ਹੱਥਾਂ 'ਚ ਆਇਆ, ਉਹ ਹੀ ਪਕੜ ਕੇ ਪਾੜ ਦਿੱਤਾ। ਉਹਨੇ ਆਖਿਆ ਇਹ ਕੀ ਕਰੀ ਜਾਣਾ? ਉਹ ਕਹਿੰਦਾ ਚੁੱਪ ਕਰ ਜਾ, ਗਾਹਕ ਨਹੀਂ ਜਾਣਾ ਚਾਹੀਦਾ। ਤੋ ਤਕਰੀਬਨ ਸੁਰਤ ਬਿਰਤ ਵਿੱਚ ਹਮੇਸ਼ਾ ਵਪਾਰੀਆਂ ਦੇ ਵਪਾਰ ਹੀ ਚੱਲਦਾ ਰਹਿੰਦਾ ਹੈ। ਜੇ ਭਜਨ ਵੀ ਕਰਨ ਲੱਗਣ ਤੇ ਉਦੋਂ ਵੀ ਉਹਨਾਂ ਦੇ ਮਨ 'ਚ ਵਪਾਰ ਦੀਆਂ ਤਰਕੀਬਾਂ ਹੀ ਆਈ ਜਾਂਦੀਆਂ ਵੀ ਕਿੱਦਾਂ ਦੁਕਾਨਦਾਰੀ ਕਰਨੀ ਹੈ, ਕਿੱਦਾਂ ਵਪਾਰ ਕਰਨਾ ਹੈ। ਏਦਾਂ ਵਪਾਰ ਦੇ ਵਿੱਚ ਹੀ ਤਿਨਾਂ ਦੀ ਸੁਰਤ ਲੱਗੀ ਤੇ ਜ਼ਿੰਦਗੀ ਬੀਤ ਰਹੀ ਹੈ। ਸੰਤੋ ਬਿਹਾਵੈ ਹਰ ਨਾਮ ਆਧਾਰਾ। ਜ਼ਿੰਦਗੀ ਮਹਾਂਪੁਰਸ਼ਾਂ ਸਾਧੂਆਂ ਤੇ ਸੰਤਾਂ ਦੀ ਵੀ ਬੀਤਦੀ ਹੈ, ਬਤੀਤ ਉਹ ਵੀ ਕਰ ਰਹੇ ਨੇ, ਪਰ ਇਹਨਾਂ ਸੰਸਾਰੀਆਂ ਨਾਲੋਂ ਉਹਨਾਂ ਮਹਾਂਪੁਰਸ਼ਾਂ ਦਾ ਸਾਧੂਆਂ ਦਾ ਫਰਕ ਇਹ ਹੈ ਕਿ ਰੱਬ ਦੇ ਪਿਆਰੇ ਸੰਤ ਜਨਾਂ ਦਾ ਜੀਵਨ, ਉਹਨਾਂ ਦੀ ਜ਼ਿੰਦਗੀ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੀ ਬੰਦਗੀ ਦੇ ਵਿੱਚ ਬਤੀਤ ਹੁੰਦਾ ਹੈ। ਉਹਨਾਂ ਦਾ ਜੀਵਨ ਹਰੀ ਦਾ ਜਾਪ ਜਪਦਿਆਂ ਬਤੀਤ ਹੁੰਦਾ ਹੈ। ਉਹਨਾਂ ਦਾ ਸਮਾਂ ਵਾਹਿਗੁਰੂ ਪਰਮੇਸ਼ਰ ਦੀ ਇਬਾਦਤ ਕਰਦਿਆਂ ਬਤੀਤ ਹੁੰਦਾ ਹੈ। ਉਹ ਕਹਿੰਦੇ ਸਾਡਾ ਇਹ ਸਮਾਂ ਸਫਲ ਹੈ ਜਿਹੜਾ ਰੱਬ ਦੀ ਯਾਦ 'ਚ ਬੀਤੇ, ਪਰਮੇਸ਼ਰ ਦੇ ਭਜਨ ਤੋਂ ਬੀਤਿਆ ਹੋਇਆ, ਬਿਨਾਂ ਬੀਤਿਆ ਹੋਇਆ ਜਿਹੜਾ ਸਮਾਂ ਹੈ ਉਹ ਅਜਾਈ ਹੈ, ਨਿਸ਼ਫਲ ਹੈ। ਇਸ ਕਰਕੇ ਰੱਬ ਦੇ ਪਿਆਰੇ ਸੰਤ ਜਨਾਂ ਦਾ ਜੀਵਨ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਦਿਆਂ ਬੀਤਦਾ ਹੈ। ਰਚਨਾ ਸਾਚ ਬਣੀ। ਇਹ ਭਾਈ ਇਹ ਜਿੰਨੀ ਵੀ ਰਚਨਾ ਸੱਚ ਤੋਂ ਬਣੀ ਹੈ, ਸੱਚ ਤੋਂ ਬਣੀ ਹੋਣ ਕਰਕੇ ਸੱਚੀ ਪ੍ਰਤੀਤ ਹੁੰਦੀ ਹੈ, ਕਿਉਂਕਿ ਸੱਚ ਦੇ ਆਸ਼ਰਿਤ ਹੈ ਨਾ, ਸੱਚੇ ਦਾ ਅਧਿਸ਼ਠਾਨ ਹੈ, ਆਸਰਾ ਹੈ। ਸੱਚ ਦੇ ਆਸ਼ਰਿਤ ਹੋਣ ਕਰਕੇ ਰਚਨਾ ਸੱਚੀ ਭਾਸਦੀ ਹੈ। ਔਰ ਇਹ ਸੱਚੇ ਸਾਹਿਬ ਅਕਾਲ ਪੁਰਖ ਪਰਮੇਸ਼ਰ ਤੋਂ ਬਣੀ ਹੈ। ਇਹ ਇਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਜਿਤਨੀ ਪ੍ਰਕਿਰਤੀ ਰਚਨਾ ਰਚੀ ਹੋਈ ਨਜ਼ਰ ਆਉਂਦੀ ਹੈ ਵੀ ਪਰਮੇਸ਼ਰ ਦਾ ਹੀ ਰੂਪ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਚਵਾਸ। ਇਹ ਜਗਤ ਸੰਸਾਰ ਅਕਾਲ ਪੁਰਖ ਪਰਮੇਸ਼ਰ ਦੀ ਕੋਠੜੀ ਹੈ। ਉਹ ਸੱਚਾ ਅਕਾਲ ਪੁਰਖ ਵਾਹਿਗੁਰੂ ਇਸ ਜਗਤ ਦੇ ਵਿੱਚ ਆਪਣਾ ਨਿਵਾਸ ਰੱਖਦਾ ਹੈ। ਰਚਨਾ ਪਰਮੇਸ਼ਰ ਸੱਚ ਤੋਂ ਬਣੀ ਹੈ। ਸਭ ਕਾ ਏਕ ਧਨੀ। ਇਹ ਭਾਈ ਸਾਰਿਆਂ ਦਾ ਇੱਕੋ ਮਾਲਕ ਹੈ ਪਰਮੇਸ਼ਰ। ਧਨੀ ਕਹਿੰਦੇ ਨੇ ਮਾਲਕ ਨੂੰ। ਸਭ ਕਾ ਏਕ ਧਨੀ, ਸਭ ਦਾ ਇੱਕੋ ਹੀ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸਭਨਾ ਜੀਆਂ ਕਾ ਇੱਕ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ। ਸੋ ਮੈਂ ਵਿਸਰ ਨ ਜਾਈ, ਸੋ ਮੈਂ ਵਿਸਰ ਨ ਜਾਈ। ਸਭ ਦਾ ਇੱਕੋ ਮਾਲਕ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਸਭ ਕਾ ਏਕ ਧਨੀ, ਸਭ ਦਾ ਇੱਕ ਦਾਤਾ ਅਕਾਲ ਪੁਰਖ ਵਾਹਿਗੁਰੂ ਸੁਆਮੀ ਹੈ। ਰਹਾਉ ਕਾਹੂ ਬਿਹਾਵੈ ਬੀਦ ਅਰਬਾਦੂ। ਕਈਆਂ ਦਾ ਜੀਵਨ ਕੇਵਲ ਵੇਦ ਸ਼ਾਸਤਰ ਧਰਮ ਗ੍ਰੰਥ ਪੜ੍ਹ ਕੇ ਝਗੜਾ ਕਰਦੇ ਹੀ ਬੀਤ ਰਿਹਾ ਹੈ।
वेद पढ़ ले, वेद पढ़न तो बाद अर बाद फिर वाद विवाद करदियां जिंदगी बीत रही। झगड़ा ही करी जांदे। एक कहंदा मैं सही हाँ, दूजा कहंदा मैं सही हाँ। चार प्रकार की चर्चा धन श्री गुरु हरगोबिंद साहब मीरी पीरी दे मालक सतगुरां ने सिखां नूं दसी कि चर्चा जिहड़ी चार प्रकार की हुंदी है, जिन्हां चों दो प्रकार की चर्चा सिख ने करनी है ते दो प्रकार की चर्चा का त्याग करना। जदों पातशाह ने बचन कहे, सिखां बेनती कीती महाराज किहड़ी दो प्रकार की चर्चा ग्रहण करिए ते किहड़ी दो प्रकार की चर्चा का त्याग करिए। पातशाह कहंदे एक है वाद, दूसरी है हेत, तीसरी है जल्लप ते चौथी है वितंडा। जल्लप ते वितंडा का त्याग करना, वाद और हेत दोनों प्रकार दीयां चर्चावां नूं ग्रहण करना। आख्या जी वाद हेत की है? वाद है कि बैठ के प्रेम सहित एक दूजे दे नाल शब्द चर्चा करनी, विचार करनी। जे एक नूं नहीं आउंदा ते दूसरे नूं पुछ लेना। ਉਹਦੇ ਚ अपना हीन भाव नहीं समझना कि जे मैं इनू पुछांगा तो मेरी तोहीन होवेगी भी मैं वड्डा। जे नहीं आउंदा तो उहनूं पुछ लेना चाहिए दूसरे नूं जिहनूं आ रहा। इहनूं कहंदे आ वाद। एक हुंदा हेत, प्रेम सहित जे मान लो किसी ने कोई गलत गल कही है जो इतिहास विच नहीं आ रही तो उन्होंने प्रेम सहित दसना जी नहीं इस तरह है लिखिया, तो दूसरे ने मान लेना भी हाँ इसे तरह है। इनू वाद ते हेत कहते हैं, ये चर्चा करनी है। दूसरी है जल्लप, ईर्खा करनी, कृजना, द्वेष, जान बुझ के किसी की गल का खंडन करना, नहीं इन्हें गलत कहा। चौथी है वतंडा करना, झगड़ा बनाने की बिरती। हल वाह रहा सी एक सज्जन, हल दे फले नाल घाह जम गया ते लागे लंघण वाले एक सज्जन ने आख्या वीर फले तो घाह ला लै ते फड़ा तां डूंगा हो के वगेगा। ਉਹਨੇ ਦਾ ਭਲੇ ਦੀ ਗੱਲ ਕਹੀ। ਇਹਨੇ ਅੱਗੋਂ ਲੜਨ ਵਾਸਤੇ ਕਹਿੰਦਾ ਤੁਹਾਡੀ ਬੁੜੀ ਮਰੀ ਸੀ, ਤੁਸੀਂ ਕਿਹੜਾ ਜਲੇਬੀਆਂ ਬਣਾਈਆਂ ਸੀ। ਮੈਂ ਕਿਹਾ ਤੇਰਾ ਕਹਿਣਾ ਮੰਨਾ। ਇਹਨੂੰ ਕਹਿੰਦੇ ਆ ਵਤੰਡਾ। ਅੱਜ ਕੱਲ ਇਹ ਚਰਚਾ ਹੁੰਦੀ ਆ ਸਾਡੀ ਸਿੱਖਾਂ ਦੀ। ਜੇ ਕਿਤੇ ਚਰਚਾ ਹੋਵੇ ਵੀ ਨਾ, ਪਹਿਲੀ ਗੱਲ ਤਾਂ ਕਰਦੇ ਨਹੀਂ, ਜੇ ਬੈਠ ਵੀ ਜਾਣ ਕਰਨ ਤੇ ਫਿਰ ਇਦਾਂ ਦੀ ਚਰਚਾ ਹੁੰਦੀ ਵਤੰਡਾ। जल ईरखा नाल किसी की सही गल भी खंडन करना। समाज विच वेद अर वाद की जिहड़ी गल इत्थे पंजवें पातशाह कर रहे ने, वो इसे तरह की चर्चा हो रही है। एक दूजे नूं छोटा विखाण का यतन करना, अपने आप नूं सिरमौर सिद्ध करने का यतन करना। पातशाह कहंदे इहदे विच ही बहुतियां दी जिंदगी बीत रही है। काहों बिहावै वेद अर वाद। बाद करदे आ, झगड़ा कर। इत्थे बाद दा अर्थ है झगड़ा, विवाद करदे आ, झगड़दे ही जिंदगी बतीत करनी। दीवा हथ विच फड़िया होया कहदा दूजे नूं विखाउणा, आप उस दीवे दी लो दे विच नहीं चलना। ते अगों दूजा एक होर टक्कर गया, उन्हें भी दीवा फड़िया, कहदा मैं भी दूजे नूं विखाण नूं ही फड़िया, लोड़ मैनूं भी कोई नहीं। तो इस प्रकार नाल अन्ने होए फिरदे है। हर एक ने दीवा फड़िया ज्ञान दा ते सिर्फ दूजे नूं विखाउण वास्ते, उस ज्ञान दी लोभ विच अपने जीवन नूं बतीत करन वास्ते यतनशील नहीं हुंदे। तो बहुतियां दा जीवन पंजवें पातशाह कहंदे वेद पढ़ के वाद करदियां झगड़दियां ही बीत रहा है। काहू बिहावै रसना साध। किसे दा जीवन जुबान दे स्वादां च बीत रहा है। वाहिगुरू। नित नवे स्वाद लैने भी, आ पदार्थ खाइए, आ रसना नाल स्वाद लईए। भाई साहब भाई गुरदास जी कहते सादी जीभ ना रजियां कर भोग बिलासे। इन्हें किहड़ा रज जाना।
ਇਹ ਰਸਨਾ ਨੇ ਕਿਹੜਾ ਤ੍ਰਿਪਤ ਹੋ ਜਾਣਾ ਹੈ। ਜਿਤਨੇ ਸਵਾਦਾਂ ਦੇ ਤੁਸੀਂ ਬਾਹਰਲੇ ਪਦਾਰਥ ਨਿਤ ਖਾਣੇ ਸ਼ੁਰੂ ਕਰ ਦਿਓ, ਘਰ ਦਾ ਪ੍ਰਸ਼ਾਦਾ ਚੰਗਾ ਲੱਗਣਾ ਔਖਾ ਹੋ ਜੂ, ਬਿਰਤੀ ਬਣ ਜਾਂਦੀ ਹੈ। ਫਿਰ ਰੋਟੀ ਕਿੱਥੇ ਚੰਗੀ ਲੱਗਣੀ ਹੈ, ਦਾਲ ਭਾਜੀ ਕਿੱਥੇ ਚੰਗੀ ਲੱਗਣੀ ਹੈ, ਜਦੋਂ ਬਾਹਰਲੇ ਪਦਾਰਥਾਂ ਵਿੱਚ ਹੀ ਹਰ ਵੇਲੇ ਰਸਨਾ ਦਾ ਸਵਾਦ ਖੁੱਭਾ ਰਹੇ। ਤੋ ਬਹੁਤਿਆਂ ਦਾ ਜੀਵਨ ਕੇਵਲ ਬਾਹਰਲੇ ਸੰਸਾਰ ਦੇ ਪਦਾਰਥਾਂ ਦਾ ਸਵਾਦ ਚੱਖਣ ਦੇ ਵਿੱਚ ਹੀ ਬਤੀਤ ਹੋ ਰਿਹਾ ਹੈ। ਕਾਹੂ ਬਿਹਾਵੈ ਲਪਟ ਸੰਗ ਨਾਰੀ। ਔਰ ਕਿਸੇ ਦੀ ਜ਼ਿੰਦਗੀ, ਬਹੁਤਿਆਂ ਦੀ ਜ਼ਿੰਦਗੀ ਕੇਵਲ ਇਸਤਰੀਆਂ ਨਾਲ ਸੰਬੰਧ ਬਣਾ ਕੇ ਉਹਦੇ ਵਿੱਚ ਹੀ ਤਿਨਾਂ ਦੀ ਮੋਹ ਤੇ ਮਮਤਾ ਦੀ ਬਿਰਤੀ ਦੇ ਵਿੱਚ ਹੀ ਬਤੀਤ ਹੋ ਰਿਹਾ ਹੈ। ਸੰਤ ਰਚੇ ਕੇਵਲ ਨਾਮ ਮੁਰਾਰੀ। ਪਰ ਜਿਹੜੇ ਰੱਬ ਦੇ ਪਿਆਰੇ ਸੰਤ ਨੇ ਉਹ ਰਚੇ ਹੋਏ ਨੇ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ, ਮੁਰਾਰੀ ਦੇ ਨਾਮ ਨਾਲ। ਉਹਨਾਂ ਦੀ ਸੁਰਤ ਉੱਥੇ ਰਚੀ ਹੋਈ ਹੈ। ਉਹ ਕੇਵਲ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਦੇ ਭਜਨ ਵਿੱਚ, ਨਿਰੰਕਾਰ ਦੇ ਨਾਮ ਦੀ ਆਰਾਧਨਾ ਵਿੱਚ ਹੀ ਆਪਣੀ ਬਿਰਤੀ ਜੋੜ ਕੇ ਜੀਵਨ ਬਤੀਤ ਕਰਦੇ ਹਨ। ਕਾਹੂ ਬਿਹਾਵੈ ਖੇਲਤ ਜੂਆ। ਕਿਸੇ ਦੀ ਜ਼ਿੰਦਗੀ ਜੂਆ ਖੇਡਦੇ ਹੀ ਬੀਤੀ ਜਾਂਦੀ ਹੈ। ਜੂਆ ਖੇਡਦਿਆਂ ਕਈ ਪ੍ਰਕਾਰ ਦੇ ਜੂਏ ਦੇ, ਅੱਜ ਕੱਲ ਤਾਂ ਪ੍ਰਕਾਰ ਹੀ ਬਹੁਤ ਪ੍ਰਕਾਰ ਦੇ ਜੂਏ ਹਨ। ਉਹਦੇ ਵਿੱਚ ਉਹਨਾਂ ਦਾ ਧਿਆਨ ਹੈ ਵੀ ਕਿਵੇਂ ਕਿਸ ਤਰੀਕੇ ਦੇ ਨਾਲ ਸਾਡਾ ਨੰਬਰ ਲੱਗ ਜੇ। ਕਈਆਂ ਨੇ ਤਾਂ ਹੁਕਮਨਾਮੇ ਦਾ ਅੰਗ ਨੰਬਰ ਹੀ ਬਣਾ ਲੈਣਾ ਹੁੰਦਾ ਵੀ ਇਹ ਨੰਬਰ ਦੇ ਉੱਤੇ ਸੱਟਾ ਲਾਵਾਂਗੇ, ਔਰ ਉੱਥੇ ਹੀ ਸੁਰਤ ਲੱਗੀ ਹੋਈ ਤੇ ਜੂਏ ਦੇ ਵਿੱਚ ਹੀ ਸੁਰਤ ਲਾ ਕੇ ਆਪਣਾ ਜੀਵਨ ਬਤੀਤ ਕਰ ਰਹੇ। ਵਾਹਿਗੁਰੂ। ਗੁਰੂ ਕੇ ਸਿੱਖ ਵਾਸਤੇ ਹੁਕਮ ਹੈ ਚੋਰੀ ਯਾਰੀ ਜੂਏ ਦਾ ਤਿਆਗ ਕਰੇ। ਗੁਰੂ का सिख इस पासे अपनी सुरत नहीं रखता। संसार दे बहुते लोग जूएबाजी की बिरती विच ही अपनी सुरत ला के अपना जीवन बतीत कर रहे हैं। काहू बिहावै अमली हुआ। और कई अमलों दे विच ही सुरत ला के, कई तरह के अमलों दे विच ही बिरती ला के अपना जीवन बतीत कर रहे हैं। अमली होया ही जिंदगी बतीत, सारा जीवन अमलों ਵਿੱਚ ਹੀ ਲੰਘ ਜਾਂਦਾ ਉਹਨਾਂ ਦਾ। ਸ਼ਰਾਬ ਦੇ ਨਸ਼ਿਆਂ 'ਚ, ਹੋਰ ਕਈ ਤਰ੍ਹਾਂ ਦੀਆਂ ਬਦਫੈਲੀ ਦੇ ਨਸ਼ਿਆਂ ਵਿੱਚ ਉਹਨਾਂ ਨੂੰ ਉਹੀ ਜੀਵਨ ਚੰਗਾ ਲੱਗ ਰਿਹਾ। ਤੁਸੀਂ ਚਿੱਚੜ ਨੂੰ ਖੂਨ ਨਾਲ ਚਿੰਬੜੇ ਹੋਏ ਨੂੰ ਜਿੰਨਾ ਮਰਜ਼ੀ ਯਤਨ ਕਰੋ ਵੀ ਇਹਨੂੰ ਲਾ ਕੇ ਸੱਜੇ ਖੱਬੇ ਕਿਤੇ ਚੰਗੇ ਥਾਂ ਤੇ ਰੱਖਦੀ, ਉਹਨੇ ਮੁੜ ਕੇ ਫਿਰ ਉੱਥੇ ਹੀ ਜਾਣਾ। ਉਸ ਖੂਨ ਨੂੰ ਪੀਣ ਦੀ ਬਿਰਤੀ ਆ, ਭਾਵੇਂ ਥਣਾ ਨਾਲ ਵੀ ਚਿੰਬੜਿਆ ਹੋਵੇ ਨਾ ਮੱਝ ਦੇ ਜਾਂ ਗਊ ਦੇ, ਤੇ ਉਹਨੇ ਦੁੱਧ ਨਹੀਂ ਪੀਣਾ। ਇਹੀ ਬਿਰਤੀ ਆ ਨੀਚ ਆਦਮੀ ਦੀ, ਜਿਹਨੂੰ ਕੇਵਲ ਨਸ਼ੇ ਹੀ ਭਾਉਂਦੇ ਨੇ, ਅਮਲ ਹੀ ਭਾਉਂਦੇ ਨੇ। ਉਹਨੂੰ ਕਹੋ ਕਿ ਭਾਈ ਇਹਦਾ ਤਿਆਗ ਕਰਕੇ ਕੋਈ ਰੱਬ ਰੱਬ ਕਰ ਲੈ, ਉਹਨੂੰ ਅੰਮ੍ਰਿਤ ਨਹੀਂ ਚੰਗਾ ਲੱਗਦਾ। ਤਾਂ ਕਈ ਪ੍ਰਕਾਰ ਦੇ ਅਮਲਾਂ ਦੇ ਵਿੱਚ ਇਹ ਜੀਵਨ ਬੀਤ ਰਿਹਾ ਬਹੁਤੇ ਮਨੁੱਖਾਂ ਦਾ। ਕਾਹੂ ਬਿਹਾਵੈ ਅਮਲੀ ਹੂਆ। ਹਿੰਦੁਸਤਾਨ ਦੀ ਧਰਤੀ ਤੇ ਤਾਂ ਇੱਕ ਮਤ ਵੀ ਇਹੋ ਜਿਹਾ, ਇੱਕ ਮਜ਼ਹਬ, ਇੱਕ ਮਤ ਐਸਾ ਵੀ ਹੈ ਜਿਹੜੇ ਇਹ ਕਹਿੰਦੇ ਆ ਪਿਤਵਾ 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 ਤਬ ਲਗ ਪਿਤਵਾ ਜਬ ਲਗ ਸੁਧ ਨਾ ਭੂਲਤੇ। ਉਹ ਕਹਿੰਦੇ ਪੀਵੀ ਜੋ ਸ਼ਰਾਬ ਨੂੰ ਉਦੋਂ ਤਾਈ ਜਦੋਂ ਤੱਕ ਬੇਸੁੱਧ ਨਹੀਂ ਹੋ ਜਾਂਦੇ, ਜਦੋਂ ਸੁੱਧ ਚਾਹੋ ਫਿਰ ਪੀ ਲਓ। ਏਦਾਂ ਹੀ ਉਹਨਾਂ ਦੀ ਜ਼ਿੰਦਗੀ ਬੀਤ ਰਹੀ। ਕਾਹੂ ਬਿਹਾਵੈ, ਕਿਸੇ ਦਾ ਜੀਵਨ ਅਮਲੀਆਂ ਦੇ ਵਿੱਚ ਅਮਲ ਕਰਦਿਆਂ ਬੀਤ ਰਿਹਾ। ਕਾਹੂ ਬਿਹਾਵੈ ਪਰ ਦਰਬ ਚੁਰਾਏ। ਕਿਸੇ ਦਾ ਜੀਵਨ ਸਾਰੀ ਜ਼ਿੰਦਗੀ ਕਿਸੇ ਦੂਸਰੇ ਦਾ ਧਨ ਚੋਰੀ ਕਰਦਿਆਂ ਬੀਤ ਰਿਹਾ। ਜਿੰਨੀ ਵਾਰ ਮਰਜ਼ੀ ਫੜਿਆ ਜੇ ਉਹਨੇ ਫਿਰ ਚੋਰੀ ਕਰਨੀ। ਇਸ ਕਰਕੇ ਪੁਰਾਣੇ ਸਮਿਆਂ 'ਚ ਚੋਰਾਂ ਦੀ ਇੱਕੋ ਸਜ਼ਾ ਹੁੰਦੀ ਸੀ, ਸੂਲੀ ਤੇ ਚਾੜ ਕੇ ਮਾਰ ਦਿੰਦੇ ਸੀ। ਸੂਲੀ ਤੇ ਚਾੜਨਾ ਤੇ ਮਾਰ ਦੇਣਾ, ਕਿਉਂਕਿ ਪਤਾ ਹੁੰਦਾ ਸੀ ਉਸ ਵੇਲੇ ਦੇ ਸਮਾਜ ਨੂੰ ਵੀ ਚੋਰ ਨੇ ਚੋਰੀ ਕਰਨ ਤੋਂ ਬਾਅਦ ਨਹੀਂ ਆਉਣਾ। ਜੇ ਇੱਕ ਵਾਰੀ ਸਜ਼ਾ ਦੇ ਕੇ ਛੱਡ ਦਿੱਤਾ ਇਹਨੇ ਫਿਰ ਚੋਰੀ ਕਰਨੀ। ਤੋ ਉਹਨਾਂ ਦਾ ਸਾਰਾ ਜੀਵਨ ਚੋਰੀਆਂ ਕਰਦਿਆਂ, ਪਰਾਇਆ ਧਨ
ਚੁਰਾਂਦਿਆਂ ਹੀ ਬੀਤਦਾ ਹੈ। ਹਰ ਜਨ ਬਿਹਾਵੈ ਨਾਮ ਧਿਆਏ। ਹਰੀ ਵਾਹਿਗੁਰੂ ਪਰਮੇਸ਼ਰ ਦੇ ਜਿਹੜੇ ਜਨ ਨੇ, ਪਿਆਰੇ ਨੇ, ਉਹਨਾਂ ਦਾ ਜੀਵਨ ਅਕਾਲ ਪੁਰਖ ਦਾ ਨਾਮ ਜਪਦਿਆਂ ਬੀਤਦਾ ਹੈ। ਉਹ ਨਿਰੰਕਾਰ ਦੀ ਬੰਦਗੀ ਕਰਦੇ ਆਪਣਾ ਜੀਵਨ ਬਸਰ ਕਰਦੇ ਨੇ, ਕਿਉਂਕਿ ਉਹਨਾਂ ਦੀ ਪ੍ਰੀਤ ਕੇਵਲ ਹਰੀ ਪਰਮੇਸ਼ਰ ਦੇ ਨਾਮ ਨਾਲ। ਚੋਰ ਦੀ ਚੋਰੀ ਨਾਲ ਪ੍ਰੀਤ ਹੁੰਦੀ ਹੈ, ਜੁਆਰੀ ਦੀ ਜੂਏ ਨਾਲ ਪ੍ਰੀਤ ਹੁੰਦੀ ਹੈ। ਉਹਨਾਂ ਦਾ ਧਿਆਨ ਉੱਥੇ ਹੀ ਰਹਿਣਾ ਤੇ ਰੱਬ ਦੇ ਪਿਆਰਿਆਂ ਦੀ ਪ੍ਰੀਤ ਪਰਮੇਸ਼ਰ ਦੇ ਭਜਨ ਨਾਲ ਹੈ। ਇਸ ਕਰਕੇ ਉਹਨਾਂ ਦਾ ਜੀਵਨ ਹਰੀ ਅਕਾਲ ਪੁਰਖ ਦੇ ਭਜਨ ਦੇ ਵਿੱਚ ਬੀਤਦਾ ਹੈ। ਕਾਹੂ ਬਿਹਾਵੈ ਜੋਗ ਤਪ ਪੂਜਾ। ਕਈ ਯੋਗ ਸਾਧਨਾ ਦੇ ਵਿੱਚ ਹੀ ਬਤੀਤ ਕਰ ਰਹੇ ਨੇ ਆਪਣਾ ਸਮਾਂ। ਉਹ ਕਹਿੰਦੇ ਜੀ ਯੋਗ ਕਰਨਾ ਚਾਹੀਏ। ਹੁਣ ਤਾਂ ਜਿਹੜੇ ਦੇਸ਼ਾਂ ਦੇ ਪ੍ਰਮੁੱਖ ਨੇ, ਉਹ ਦੇਸ਼ਾਂ ਦੀ ਡਿਵੈਲਪਮੈਂਟ ਦੀ ਗੱਲ ਨਹੀਂ ਕਰਦੇ, ਉਹ ਦੇਸ਼ਾਂ ਦੇ ਬੇਰੋਜ਼ਗਾਰ ਲੋਕਾਂ ਦੇ ਰੋਜ਼ਗਾਰ ਦੀ ਗੱਲ ਨਹੀਂ ਕਰਦੇ। ਹੁਣ ਤਾਂ ਦੇਸ਼ਾਂ ਦੇ ਪ੍ਰਮੁੱਖ ਯੋਗ ਦੀ ਗੱਲ ਕਰਦੇ ਵੀ ਯੋਗ ਨਾਲ ਜੁੜੋ, ਭੁੱਖੇ ਪੇਟ ਭੁੱਖੇ ਆਂਦਰਾਂ, ਯੋਗ ਕਰਨਾ ਚਾਹੀਏ। ਤੋ ਕਈਆਂ ਦਾ ਜੀਵਨ ਕੱਲਾ ਯੋਗ 'ਚ ਹੀ ਬੀਤ ਰਿਹਾ। ਕਈ ਕਹਿੰਦੇ ਤਪ ਪੂਜਾ ਕਰਨੀ ਚਾਹੀਏ ਤੇ ਉੱਥੇ ਹੀ ਧਿਆਨ ਲੱਗਾ, ਤਪ ਪੂਜਾ ਦੇ ਵਿੱਚ ਹੀ ਉਹਨਾਂ ਦਾ ਜੀਵਨ ਬੀਤ ਰਿਹਾ। ਕਾਹੂ ਰੋਗ ਸੋਗ ਭਰਮੀਜਾ। ਕਈ ਰੋਗਾਂ ਦੇ ਵਿੱਚ ਲੱਗੇ, ਰੋਗਾਂ 'ਚ ਹੀ ਜ਼ਿੰਦਗੀ ਲੰਘ ਜਾਂਦੀ। ਰੋਗਾਂ ਵਿੱਚ ਰੋਗ ਸਰੀਰ ਦੇ ਵੀ ਨੇ, ਰੋਗ ਮਨਾਂ ਦੇ ਵੀ ਨੇ। ਤੋ ਕਈ ਪ੍ਰਕਾਰ ਦੇ ਰੋਗਾਂ ਵਿੱਚ ਖਚਿਤ ਹੋਇਆਂ ਸੋਗਾਂ ਦੇ ਵਿੱਚ ਹੀ ਭਰਮਦੇ ਰਹਿੰਦੇ ਹਨ। ਰੋਗਾਂ ਵਿੱਚ ਔਰ ਸੋਗਾਂ ਵਿੱਚ ਉੱਥੇ ਹੀ ਸੁਰਤ ਭਰਮਦੀ ਰਹਿੰਦੀ ਹੈ ਤੇ ਜੀਵਨ ਬੀਤ ਰਿਹਾ ਹੈ। ਕਾਹੂ ਪਵਨ ਧਾਰ ਜਾਤ ਬਿਹਾਏ। ਪਵਨ ਧਾਰ ਕਹਿੰਦੇ ਪ੍ਰਾਣਾਯਾਮ ਨੂੰ। ਕਹਿੰਦੇ ਕਈਆਂ ਦਾ ਜੀਵਨ ਪ੍ਰਾਣਾਯਾਮ ਕਰਦਿਆਂ, ਪ੍ਰਾਣ ਰੋਕ ਲਓ ਜੀ, 12 ਵੇਰੀ ਇਸ ਨਾਸਕਾ ਰਹੀ ਚੜਾਓ, 24 ਵੇਰੀ ਇੱਥੇ ਦਸਮ ਦੁਆਰ 'ਚ ਟਿਕਾ ਕੇ ਫਿਰ 12 ਮਾਤਰਾਵਾਂ ਵਿੱਚ ਉਹਨਾਂ ਪ੍ਰਾਣਾਂ ਦਾ ਤਿਆਗ ਕਰੋ। ਫਿਰ ਉਹਨੂੰ ਦੁੱਗਣਾ ਕਰਦੇ ਚਲੇ ਜਾਓ, ਫਿਰ 4 ਗੁਣਾ ਕਰਦੇ ਚਲੇ ਜਾਓ। ਤੂੰ ਏਦਾਂ ਪ੍ਰਾਣਾਯਾਮ ਕਰਦਿਆਂ, ਪ੍ਰਾਣਾਧਾਰ ਕਰਦਿਆਂ ਬਹੁਤਿਆਂ ਦਾ ਜੀਵਨ ਉੱਥੇ ਬੀਤ ਰਿਹਾ ਹੈ। ਸੰਤ ਬਿਹਾਵੈ ਕੀਰਤਨ ਗਾਏ। ਪਰ ਰੱਬ ਦੇ ਪਿਆਰੇ ਸੰਤ ਜਨਾਂ ਦੀ ਜ਼ਿੰਦਗੀ ਨਿਰੰਕਾਰ ਦਾ ਕੀਰਤਨ ਕਰਦਿਆਂ ਬੀਤਦੀ ਹੈ। ਉਹ ਕਹਿੰਦੇ ਅਸੀਂ ਆਪਣਾ ਸਮਾਂ ਇਹਨਾਂ ਫੋਕੇ ਕਰਮ ਕਾਂਡਾਂ ਵਿੱਚ ਬਤੀਤ ਨਹੀਂ ਕਰਨਾ। ਸਾਡਾ ਸਮਾਂ ਉਦੋਂ ਸਫਲ ਹੁੰਦਾ ਜਦੋਂ ਉਹਦਾ ਕੀਰਤਨ ਗਾਵੀਏ, ਜਦੋਂ ਉਹਦੇ ਕੀਰਤਨ ਵਿੱਚ ਜੁੜੀਏ। ਨਿਰੰਕਾਰ ਪਰਮੇਸ਼ਰ ਦੇ ਰੰਗ ਚਰੰਗੇ ਭਾਈ ਸ਼ਾਮ ਸਿੰਘ ਜੀ ਵਰਗੇ ਗੁਰੂ ਸਾਹਿਬ ਦੇ ਦਰਬਾਰ ਦੇ ਕੀਰਤਨੀਏ 75 ਸਾਲ ਦੇ ਨੇੜੇ ਤੇੜੇ ਦਾ ਸਮਾਂ ਜੀਵਨ ਦਾ ਮਹਾਰਾਜ ਜੀ ਦੇ ਦਰਬਾਰ 'ਚ ਕੀਰਤਨ ਕਰਦਿਆਂ ਬਤੀਤ ਕੀਤਾ ਬਿਨਾਂ ਨਾਗਾ ਮਹਾਂਪੁਰਸ਼ਾਂ ਨੇ। ਵਾਹਿਗੁਰੂ। ਉਹ ਕਹਿੰਦੇ ਕੀਰਤਨ ਕਰਦਿਆਂ ਜਿਹੜਾ ਜੀਵਨ ਬੀਤਣਾ ਇਹ ਸਫਲ ਹੈ। ਨਿਰੰਕਾਰ ਦੇ ਕੀਰਤਨ ਨੂੰ ਗਾਇਨ ਕਰਦਿਆਂ ਇਹ ਜੀਵਨ ਸਫਲ ਹੁੰਦਾ ਹੈ। ਤੋ ਇਸ ਪ੍ਰਕਾਰ ਨਾਲ ਕਹਿੰਦੇ ਰੱਬ ਦੇ ਪਿਆਰੇ ਸੰਤ ਜਨਾਂ ਦੀ ਜ਼ਿੰਦਗੀ ਨਿਰੰਕਾਰ ਦਾ ਕੀਰਤਨ ਗਾਇਨ ਕਰਦਿਆਂ ਬੀਤਦੀ ਹੈ। ਕਾਹੂ ਬਿਹਾਵੈ ਦਿਨ ਰਹਿਣ ਚਾਲਤ। ਔਰ ਕਹਿੰਦੇ ਕਈਆਂ ਦੀ ਜ਼ਿੰਦਗੀ ਦਿਨ ਰਾਤ ਟੁਰਦਿਆਂ ਹੀ ਲੰਘ ਜਾਂਦੀ ਹੈ। ਆ ਇੱਕ ਜੰਗਮ ਮਤ ਹੁੰਦਾ, ਉਹ ਬੈਠਣ ਦਾ ਉਹਨਾਂ ਨੂੰ ਹੁਕਮ ਹੀ ਨਹੀਂ ਹੈ, ਖਲੋਣ ਦਾ ਨਹੀਂ ਹੁਕਮ ਹੈ। ਉਹ ਜਦੋਂ ਖਲੋਤੇ ਵੀ ਹੁੰਦੇ ਉਹਨਾਂ ਦੇ ਪੈਰ ਚੱਲਦੇ ਰਹਿੰਦੇ ਆ, ਹੱਥ 'ਚ ਟੱਲੀ ਜੀ ਫੜ ਕੇ ਵਜਾਈ ਜਾਂਦੇ ਆ। ਤੋ ਦਿਨ ਰਾਤ ਉਹਨਾਂ ਦੀ ਟੁਰਦਿਆਂ ਹੀ ਲੰਘ ਜਾਂਦੀ ਹੈ। ਜਿਨ੍ਹਾਂ ਦਾ ਕੰਮ ਹੈ ਵੀ ਚੱਲਦੇ ਹੀ ਰਹਿਣਾ, ਟੁਰਦੇ ਹੀ ਰਹਿਣਾ, ਖਲੋਣਾ ਨਹੀਂ ਕਿਸੇ ਇੱਕ ਜਗ੍ਹਾ ਤੇ। ਤੋ ਦਿਨ ਰਾਤ ਚੱਲਦਿਆਂ ਚੱਲਦਿਆਂ ਟੁਰਦਿਆਂ ਹੀ ਕਈਆਂ ਦਾ ਜੀਵਨ ਬੀਤ ਰਿਹਾ। ਕਾਹੂ ਬਿਹਾਵੈ ਸੋ ਪਿੜ ਮਾਲਤ। ਤੇ ਕਈਆਂ ਦਾ ਜੀਵਨ ਇੱਕ ਜਗ੍ਹਾ ਤੇ ਮੱਲ ਕੇ ਬਹਿ ਗਏ ਥਾਂ ਤੇ ਉੱਥੇ ਬੈਠੇ ਹੀ ਬੀਤ ਰਿਹਾ। ਪਿੜ ਮੱਲਣ ਦਾ ਮਤਲਬ ਵੀ ਇੱਕ ਜਗ੍ਹਾ ਤੇ ਟਿਕ ਕੇ ਬਹਿ ਜਾਣਾ। ਵੈਸੇ ਪਿੜ ਜੰਗ ਦੇ ਮੈਦਾਨ ਨੂੰ ਵੀ ਕਹਿੰਦੇ ਆ ਵੀ ਕਈਆਂ ਦਾ ਜੀਵਨ ਜੰਗ ਦੇ ਮੈਦਾਨ ਦੇ ਵਿੱਚ ਲੜਦਿਆਂ ਭਿੜਦਿਆਂ ਹੀ ਬੀਤ ਜਾਂਦਾ ਹੈ।
ਵੀ ਅਸੀਂ ਇਹ ਰਾਜ ਦੀ ਜਗ੍ਹਾ ਆਪਣੇ ਅਖਤਿਆਰ ਕਰਨੀ ਆ, ਇਹ ਜ਼ਮੀਨ ਭੂਮੀ ਲੜ ਕੇ ਆਪਣੇ ਅਧੀਨ ਕਰਨੀਆਂ, ਇਦਾਂ ਹੀ ਬੀਤ ਰਹੀ। ਜਾਂ ਦੂਜਾ ਅਰਥ ਇਦਾਂ ਵੀ ਇੱਕੋ ਜਗ੍ਹਾ ਤੇ ਬੈਠਿਆਂ, ਕਿਉਂਕਿ ਪਹਿਲੀ ਪੰਕਤੀ ਨਾਲ ਦੂਜੀ ਪੰਕਤੀ ਦਾ ਅਰਥ ਜੁੜੇਗਾ। ਪਹਿਲੀ ਪੰਕਤੀ 'ਚ ਕਹਿੰਦੇ ਆ ਵੀ ਕਈਆਂ ਦਾ ਜ਼ਿੰਦਗੀ ਜੀਵਨ ਟੁਰਦਿਆਂ ਫਿਰਦਿਆਂ ਹੀ ਲੰਘ ਜਾਂਦਾ, ਤੇ ਦੂਜੀ ਪੰਕਤੀ ਦਾ ਅਰਥ ਨਾਲ ਜੁੜੇਗਾ ਕਈਆਂ ਦਾ ਬੈਠਿਆਂ ਹੀ ਲੰਘ ਜਾਂਦਾ ਜੀਵਨ। ਵੀ ਜਿਹੜੇ ਇੱਕ ਜਗ੍ਹਾ ਤੇ ਬਹਿ ਗਏ ਉੱਥੇ ਬੈਠਿਆਂ ਜੀਵਨ ਬਤੀਤ ਕਰ ਲਿਆ। ਕਾਹੂ ਬਿਹਾਵੈ ਬਾਲ ਪੜਾਵਤ, ਕਈਆਂ ਦਾ ਜੀਵਨ ਬਾਲਾਂ ਨੂੰ ਜਵਾਕਾਂ ਨੂੰ ਪੜਾਉਂਦਿਆਂ ਹੀ ਲੰਘ ਗਿਆ। ਉਹ ਕਹਿੰਦੇ ਜੀ ਅਸੀਂ ਪੜਾਉਣਾ ਹੈ, ਹਾਂ ਵਿਦਿਆ ਪੜਾਉਣੀ ਚਾਹੀਏ, ਪਰ ਹੁਣ ਜੇ ਕੋਈ ਆਖੇ ਵੀ ਮੈਂ ਕਿਸੇ ਨੂੰ ਵਿਦਿਆ ਪੜਾਉਣਾ ਤੇ ਇਹਦੇ ਨਾਲ ਹੀ ਮੇਰਾ ਪਾਰ ਉਤਾਰਾ ਹੋ ਜਾਣਾ, ਮੈਨੂੰ ਲੋੜ ਹੀ ਨਹੀਂ ਰੱਬ ਰੱਬ ਕਰਨ ਦੀ। ਕੇਵਲ ਗਿਆਨ ਦੂਜੇ ਨੂੰ ਪੜਾਉਣ ਵਾਸਤੇ ਹੀ, ਆਪਣੇ ਜੀਵਨ ਵਾਸਤੇ ਨਹੀਂ। ਗੁਰਸਿੱਖ ਦੂਸਰੇ ਨੂੰ ਬਾਣੀ ਪੜਾਉਂਦਾ, ਪਰ ਪਹਿਲਾਂ ਆਪ ਵੀ ਤਾਂ ਪੜ੍ਹਦਾ ਨਾ। ਆਪ ਪੜ੍ਹੇ ਨਾ ਦੂਜਿਆਂ ਨੂੰ ਕਹੇ ਤੁਸੀਂ ਪੜ੍ਹੋ, ਫਿਰ ਵੀ ਗੱਲ ਨਹੀਂ ਬਣਦੀ। ਇਸ ਕਰਕੇ ਇੱਥੇ ਖੰਡਨ ਕਰਦੇ ਕੇਵਲ ਪੜ੍ਹਾਉਣ ਦਾ। ਕਹਿੰਦੇ ਕਈਆਂ ਦਾ ਜੀਵਨ ਬਾਲਕਾਂ ਨੂੰ ਪੜਾਉਂਦਿਆਂ ਹੀ ਲੰਘ ਰਿਹਾ। ਸੰਤ ਬਿਹਾਵੈ ਹਰ ਜਸ ਗਾਵਤ, ਪਰ ਰੱਬ ਦੇ ਪਿਆਰੇ ਸੰਤ ਜਨ ਆਪਣਾ ਜੀਵਨ ਬਤੀਤ ਕਰਦੇ ਨੇ ਹਰੀ ਦਾ ਜਸ ਗਾਉਂਦਿਆਂ, ਨਿਰੰਕਾਰ ਦਾ ਜਸ ਗਾਉਂਦਿਆਂ, ਹਰ ਵੇਲੇ ਅਕਾਲ ਪੁਰਖ ਪਰਮੇਸ਼ਰ ਦੀ ਮਹਿਮਾ ਕਰਦਿਆਂ ਉਹ ਆਪਣਾ ਜੀਵਨ ਬਤੀਤ ਕਰਦੇ ਹਨ। ਕਾਹੂ ਬਿਹਾਵੈ ਨਟ ਨਾਟਿਕ ਨਿਰਤੇ, ਕਈਆਂ ਦਾ ਜੀਵਨ ਸੰਸਾਰ ਦੇ ਨਟ ਨਾਟਕ ਵੇਖਦਿਆਂ, ਨਿਰਤਕਾਰੀ ਵੇਖਦਿਆਂ ਬੀਤ ਰਿਹਾ। ਉਹ ਕਹਿੰਦੇ ਆਹ ਵੇਖ ਲਈਏ, ਆਹ ਵੇਖ ਲਈਏ, ਆਹ ਵੀ ਵੇਖ ਲਈ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਬਹੁਤੇ ਪ੍ਰਕਾਰ ਦੇ ਜਿਹੜੇ ਨਿਰਤ ਨਾਟੇ ਸੰਸਾਰ ਦੇ ਹੋ ਰਹੇ ਨੇ, ਉਹਨਾਂ ਨੂੰ ਵੇਖਦਿਆਂ ਬਹੁਤਿਆਂ ਦਾ ਸਮਾਂ ਬੀਤ ਰਿਹਾ ਹੈ। ਕਾਹੂ ਬਿਹਾਵੈ ਜਿਆਹੇ ਹਿਰਤੇ, ਕਈਆਂ ਦਾ ਜੀਵਨ ਜੀਵਾਂ ਨੂੰ ਹਿਰਦੇ ਮਾਰਦੇ ਹੀ ਬੀਤ ਰਿਹਾ ਹੈ। ਉਹ ਸਾਰਾ ਦਿਨ ਸਵੇਰ ਤੋਂ ਦੁਕਾਨ ਖੋਲਦੇ ਆ, ਜਿਉਂ ਕਦੇ ਕੁੱਕੜ ਵੱਢਦੇ, ਕਦੇ ਬੱਕਰਾ ਵੱਢਦੇ, ਕਦੇ ਸੂਰ ਵੱਢਦੇ, ਸਾਰਾ ਦਿਨ ਉਹਨਾਂ ਦਾ ਜੀਵਾਂ ਨੂੰ ਵੱਢਦੇ ਹੀ ਬੀਤ ਰਿਹਾ। ਦਿਨ ਰਾਤ ਇਸੇ ਪਾਸੇ ਹੀ ਧਿਆਨ ਲੱਗਾ ਹੋਇਆ। ਹਾਂਜੀ। ਕਾਹੂ ਬਿਹਾਵੈ ਰਾਜ ਮਹਿ ਡਰਤੇ, ਔਰ ਕਈਆਂ ਦਾ ਜੀਵਨ ਆਪਣਾ ਰਾਜ ਭਾਗ ਕਰਦਿਆਂ ਇਸ ਡਰ 'ਚ ਹੀ ਬੀਤਦਾ ਰਹਿੰਦਾ ਵੀ ਮੇਰਾ ਰਾਜ ਨਾ ਖੋਇਆ ਜਾਏ। ਬਹੁਤਿਆਂ ਦਾ ਜੀਵਨ ਰਾਜ ਭਾਗ ਕਰਦਿਆਂ ਵੀ ਡਰਦਿਆਂ ਹੀ ਬੀਤ ਰਿਹਾ ਹੁੰਦਾ ਵੀ ਮੇਰਾ ਰਾਜ ਨਾ ਖੋ ਜਾਏ, ਉਹਦੇ ਵਾਸਤੇ ਮੈਨੂੰ ਭਾਵੇਂ ਜਿਹਦੀ ਮਰਜ਼ੀ ਬਲੀ ਦੇਣੀ ਪੈ ਜੇ ਦੇ ਦੂੰ, ਮੇਰਾ ਰਾਜ ਨਾ ਜਾਣਾ ਚਾਹੀਏ। ਤੋ ਇਸ ਪ੍ਰਕਾਰ ਨਾਲ ਦੂਸਰਾ ਅਰਥ ਇਦਾਂ ਵੀ ਹੈ ਵੀ ਰਾਜ ਦੇ ਅਧੀਨ ਚੱਲਣ ਵਾਲੇ ਰਾਜਿਆਂ ਦੇ ਸਾਹਮਣੇ ਥਰ ਥਰ ਕੰਬਦਿਆਂ ਹੀ ਬਹੁਤਿਆਂ ਦੀ ਜ਼ਿੰਦਗੀ ਬੀਤ ਰਹੀ ਹੈ। ਮੰਤਰੀਆਂ ਦੇ ਸਨਮੁਖ ਚਮਚਾਗਿਰੀ ਕਰਦਿਆਂ, ਉਹਨਾਂ ਦੇ ਡਰ ਵਿੱਚ ਕੰਬਦਿਆਂ ਕੰਬਦਿਆਂ ਹੀ ਬਹੁਤਿਆਂ ਦਾ ਜੀਵਨ ਬੀਤ ਰਿਹਾ ਹੈ। ਸੰਤ ਬਿਹਾਵੈ ਹਰ ਜਸ ਕਰਤੇ, ਪਰ ਜਿਹੜੇ ਰੱਬ ਦੇ ਪਿਆਰੇ ਸੰਤ ਜਨ ਨੇ ਉਹਨਾਂ ਦਾ ਜੀਵਨ ਹਰੀ ਦਾ ਜਸ ਕਰਦਿਆਂ ਬੀਤਦਾ। ਉਹ ਨਿਰੰਕਾਰ ਦੀ ਇਬਾਦਤ ਕਰਦਿਆਂ, ਬੰਦਗੀ ਕਰਦਿਆਂ ਆਪਣਾ ਜੀਵਨ ਬਸਰ ਕਰਦੇ ਹਨ। ਕਾਹੂ ਬਿਹਾਵੈ ਮਤਾ ਮਸੂਰਤ, ਕਈਆਂ ਦਾ ਜੀਵਨ ਸਲਾਹ ਮਸ਼ਵਰੇ ਕਰਦਿਆਂ, ਮਤਾ ਕਹਿੰਦੇ ਨੇ ਸਲਾਹ ਨੂੰ, ਮਸੂਰਤ ਕਹਿੰਦੇ ਆ ਮਸ਼ਵਰੇ ਨੂੰ, ਸਲਾਹਾਂ ਮਸ਼ਵਰੇ ਕਰਦੇ ਬੀਤ ਜਾਂਦਾ ਬਹੁਤਿਆਂ ਦਾ ਜੀਵਨ। ਇਦਾਂ ਕਰਾਂਗੇ ਆਪਾਂ, ਆਹ ਬਣਾਵਾਂਗੇ, ਉਹ ਕਰਾਂਗੇ। ਹੁਣ ਕੱਲੇ ਸਲਾਹ ਮਸ਼ਵਰੇ ਕਰੀ ਜਾਈਏ, ਉਹਨਾਂ ਤੇ ਟੁਰੀਏ ਨਾ, ਤੇ ਫਿਰ ਕਿਵੇਂ ਗੱਲ ਬਣੂ। ਬੜੀਆਂ ਬੜੀਆਂ ਵੱਡੀਆਂ ਪੰਥਕ ਮੀਟਿੰਗਾਂ ਹੁੰਦੀਆਂ, ਬੜੀਆਂ ਬੜੀਆਂ ਸਲਾਹਾਂ ਹੁੰਦੀਆਂ, ਉਹਨਾਂ 'ਚ ਬੜੇ ਬੜੇ ਮਸ਼ਵਰੇ ਵਿਚਾਰੇ ਜਾਂਦੇ। ਇੱਕ ਪਾਸੇ ਹੱਥ 'ਚ ਚਾਹ ਦਾ, ਦੂਜੇ ਪਾਸੇ ਇੱਕ ਪਕੌੜਾ ਵੀ ਫੜਿਆ ਹੁੰਦਾ। ਬੜੀਆਂ ਬੜੀਆਂ ਸਲਾਹਾਂ ਕੀਤੀਆਂ ਜਾਂਦੀਆਂ, ਉੱਥੇ ਹੀ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਉਹਨਾਂ ਸਲਾਹਾਂ ਮਸ਼ਵਰਿਆਂ ਮੁਤਾਬਕ ਅੱਗੇ ਕੁਝ ਟਾਲਿਆ ਹੀ ਨਹੀਂ ਜਾਂਦਾ। ਪਾਤਸ਼ਾਹ ਕਹਿੰਦੇ ਬਹੁਤ ਨੇ ਜਿਨ੍ਹਾਂ ਦੀ ਜ਼ਿੰਦਗੀ ਕੇਵਲ ਸਲਾਹ ਮਸ਼ਵਰੇ ਕਰਦਿਆਂ ਵੀ ਸਲਾਹ ਹੀ ਕਰਦੇ ਰਹਿੰਦੇ,
ਆਹ ਕੰਮ ਕਰ ਲਈਏ ਫਿਰ ਛਕਾਂਗੇ ਅੰਮ੍ਰਿਤ। ਆਹ ਪਹਿਲਾਂ ਕੰਮ ਨਿਬੇੜ ਲਈਏ ਆਪਣਾ ਤੇ ਫਿਰ ਗੁਰਦੁਆਰੇ ਰੋਜ਼ ਜਾਣ ਦਾ ਨਿਯਮ ਬਣਾਵਾਂਗੇ। ਆਹ ਕੰਮ ਕਰ ਲਈਏ ਫਿਰ ਰੋਜ਼ ਨਿਤਨੇਮ ਕਰਿਆ ਕਰਾਂਗੇ ਬਹਿ ਕੇ। ਸਲਾਹਾਂ ਮਸ਼ਵਰਿਆਂ ਕਰਦਿਆਂ ਹੀ ਜ਼ਿੰਦਗੀ ਲੱਗ ਜਾਂਦੀ। ਇੰਨੇ ਨੂੰ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਇੰਨੇ ਨੂੰ ਮੌਤ ਆ ਕੇ ਧਰ ਦਬੋਚਦੀ ਹੈ। ਏਦਾਂ ਮਤਾ ਮਸੂਰਤ ਕਰਦਿਆਂ ਸਲਾਹ ਮਸ਼ਵਰੇ ਕਰਦਿਆਂ ਬਹੁਤਿਆਂ ਦਾ ਜੀਵਨ ਬੀਤ ਜਾਂਦਾ ਹੈ। ਕਾਹੂ ਬਿਹਾਵੈ ਸੇਵਾ ਜ਼ਰੂਰਤ। ਕਹਿੰਦੇ ਕਈਆਂ ਦੀ ਜ਼ਿੰਦਗੀ ਸੇਵਾ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਨੌਕਰੀ ਕਰਦੇ ਹੀ ਲੰਘ ਜਾਂਦੀ। ਇੱਥੇ ਸੇਵਾ ਜ਼ਰੂਰਤ ਦਾ ਮਤਲਬ ਹੈ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਨੌਕਰੀ ਕਰਦਾ ਨਾ ਕੋਈ ਵੀ ਬੰਦਾ ਕਰਦਾ ਨਹੀਂ ਤੇ ਕਿਹਦਾ ਦਿਲ ਕਰਦਾ ਵੀ ਕਿਸੇ ਦੇ ਅਧੀਨ ਹੋ ਕੇ ਗੁਲਾਮੀ ਕਰੇ। ਆਪਣੀਆਂ ਲੋੜਾਂ ਦੀ ਪੂਰਤੀ ਵਾਸਤੇ ਨੌਕਰੀਆਂ ਕਰਦੇ ਜੀਵਨ ਲੰਘ ਜਾਂਦਾ। ਇੱਕ ਨੌਕਰੀ ਤੋਂ ਰਿਟਾਇਰ ਹੋਏ ਫਿਰ ਅੱਗੇ ਦੂਜੀ ਵੀ ਸ਼ੁਰੂ ਕਰ ਲੈਂਦੇ ਕਈ। ਇਹ ਨਹੀਂ ਵੀ ਹੁਣ ਕੁਝ ਸਮਾਂ ਜੇ ਮਿਲ ਗਿਆ ਤੇ ਰੱਬ ਰੱਬ ਕਰ ਲਈ। ਤੋ ਕਈਆਂ ਦਾ ਜੀਵਨ ਨੌਕਰੀ ਕਰਦਿਆਂ, ਇੱਥੇ ਪਾਤਸ਼ਾਹ ਨਹੀਂ ਕਹਿੰਦੇ ਵੀ ਨੌਕਰੀਆਂ ਛੱਡ ਕੇ ਘਰਾਂ 'ਚ ਬਹਿ ਜਾਓ। ਪਾਤਸ਼ਾਹ ਕਹਿੰਦੇ ਕੱਲਾ ਨੌਕਰੀ ਕਰਨਾ ਹੀ ਤੁਹਾਡਾ ਜੀਵਨ ਨਹੀਂ ਹੈ ਕਿ ਇੱਕ ਮਸ਼ੀਨ ਵਾਂਗੂ ਸਵੇਰੇ 8 ਵਜੇ ਜਾਓ 5 ਵਜੇ ਆਓ ਬਹਿ ਕੇ ਰੋਟੀ ਖਾਓ ਤੇ ਸੌਂ ਜਾਓ, ਸਵੇਰੇ ਫਿਰ ਉੱਠੋ ਤੇ ਚਲੇ ਜਾਓ। ਤੁਹਾਡਾ ਆਪਣਾ ਵੀ ਕੋਈ ਸਵੈ ਜੀਵਨ ਹੈ ਕਿ ਤੁਸੀਂ ਆਪਣੇ ਆਤਮਿਕ ਆਨੰਦ ਦੇ ਖੇੜੇ ਨੂੰ ਪ੍ਰਾਪਤ ਕਰਨ ਵਾਸਤੇ ਵੀ ਤਾਂ ਕੁਝ ਕਰਨਾ ਹੈ ਨਾ। ਆਪਣੇ ਆਤਮਿਕ ਆਨੰਦ ਦੇ ਖੇੜੇ ਨੂੰ ਪ੍ਰਾਪਤ ਕਰਨ ਲਈ ਮੈਂ ਐਸੇ ਗੁਰੂ ਕੇ ਗ੍ਰੰਥੀ ਸਿੰਘਾਂ ਦੇ ਦਰਸ਼ਨ ਕੀਤੇ ਹਨ ਜਿਹੜੇ ਕਹਿੰਦੇ ਸਾਡੀ ਦਰਬਾਰ ਦੇ ਵਿੱਚ ਤਾਂ ਡਿਊਟੀ ਹੈ। ਮਹਾਰਾਜ ਜੀ ਨੇ ਸਾਡੀ ਡਿਊਟੀ ਲਾਈ ਵੀ ਸਵੇਰੇ 5 ਬਾਣੀਆਂ ਦਾ ਨਿਤਨੇਮ ਕਰਨਾ, ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ। ਉਹਨਾਂ ਨੂੰ ਫਿਰ ਆਪਣੇ ਆਸਣ ਤੇ ਬੈਠਿਆਂ ਵੀ ਦੁਬਾਰਾ ਨਿਤਨੇਮ ਕਰਦਿਆਂ ਵੇਖਿਆ। ਪੁੱਛਿਆ ਜੀ ਇਹ ਕਹਿੰਦੇ ਉਹ ਡਿਊਟੀ ਸੀ, ਇਹ ਮੇਰਾ ਆਪਣਾ ਹੈ। ਇੱਥੋਂ ਤੱਕ ਦੇ ਵੀ ਕਹਿਣ ਦਾ ਮਤਲਬ ਇਹ ਨਹੀਂ ਵੀ ਸਭ ਨੂੰ ਇਸੇ ਤਰ੍ਹਾਂ ਕਰਨਾ ਚਾਹੀਏ। ਯਾਨੀ ਕਿ ਭਾਵਨਾ ਦੀ ਬਾਤ ਹੈ ਵੀ ਮੈਂ ਆਪਣੇ ਵਾਸਤੇ ਵੀ ਤਾਂ ਕੁਝ ਕਰਾਂ ਨਾ, ਵੀ ਮੇਰਾ ਵੀ ਭਲਾ ਹੋਵੇ, ਮੇਰੀ ਵੀ ਕਲਿਆਣ ਹੋਵੇ। ਤੋ ਕਈ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਆਪਣੀ ਸਾਰੀ ਜ਼ਿੰਦਗੀ ਨੌਕਰੀ ਪੇਸ਼ਾ ਕਰਦੇ ਕੱਢ ਦਿੰਦੇ, ਰੱਬ ਰੱਬ ਨਹੀਂ ਕਰਦੇ। ਕਾਹੂ ਬਿਹਾਵੈ ਸੋਧਤ ਜੀਵਤ। ਕਈ ਕੇਵਲ ਆਪਣੇ ਜੀਵਨ ਨੂੰ ਸੋਧਦੇ ਆਈ ਵੀ ਮੈਂ ਆ ਵੀ ਇਦਾਂ ਸਵਾਰਾਂ ਆਪਣੇ ਜੀਵਨ ਦਾ, ਆਹ ਕੰਮ ਸੁਖਾਲਾ ਕਰਾਂ, ਆ ਵੀ ਸੁਖਾਲਾ ਕਰਾਂ, ਏਦਾਂ ਹੀ ਆਪਣਾ ਜੀਵਨ ਬਤੀਤ ਕਰ ਰਹੇ ਨੇ। ਸੰਤ ਬਿਹਾਵੈ ਹਰ ਰਸ ਪੀਵਤ। ਰੱਬ ਦੇ ਪਿਆਰੇ ਸੰਤ ਜਨ ਹਰੀ ਦਾ ਨਾਮ ਰਸ ਪੀਂਦਿਆਂ ਆਪਣਾ ਜੀਵਨ ਬਤੀਤ ਕਰਦੇ। ਉਹ ਹਰੀ ਦਾ ਨਾਮ ਰਸ ਲੈਂਦਿਆਂ ਜੀਵਨ ਬਸਰ ਕਰਦੇ ਹਨ। ਜਿਤ ਕੋ ਲਾਇਆ ਤਿਤ ਹੀ ਲਗਾਨਾ। ਹੁਣ ਅਖੀਰ ਚ ਮਹਾਰਾਜ ਜੀ ਕਹਿੰਦੇ ਨਾ ਜਨਤਾ ਦੇ ਵਸ ਕੀ ਹੈ। ਹੇ ਦਾਤਿਆ ਜਿੱਧਰ ਜਿੱਧਰ ਤੂੰ ਇਹਨਾਂ ਨੂੰ ਲਾਇਆ ਉੱਥੇ ਲੱਗੇ ਹੋਏ ਐ। ਇਹਨਾਂ ਦੇ ਕਰਮਾਂ ਦੇ ਅਨੁਸਾਰ ਜੋ ਇਹਨਾਂ ਨੇ ਕੀਤੇ ਨੇ, ਉਹਨਾਂ ਕੀਤੇ ਹੋਏ ਕਰਮਾਂ ਅਨੁਸਾਰ ਹੇ ਵਿਧਾਤਾ ਜੀ ਜਿੱਥੇ ਜਿੱਥੇ ਤੈਂ ਇਹਨਾਂ ਨੂੰ ਲਾਇਆ ਉੱਥੇ ਲੱਗੇ ਹਨ। ਨਾ ਕੋ ਮੂੜ ਨਹੀਂ ਕੋ ਸਿਆਣਾ। ਨਾ ਕੋਈ ਇੱਥੇ ਮੂਰਖ ਦਿਸਦਾ, ਨਾ ਕੋਈ ਇੱਥੇ ਸਿਆਣਾ ਦਿਸਦਾ। ਕਰ ਕਿਰਪਾ ਜਿਸ ਦੇਵੈ ਨਾਉ। ਹੇ ਵਾਹਿਗੁਰੂ ਜਿਨ੍ਹਾਂ ਤੇ ਤੁਸੀਂ ਕਿਰਪਾ ਕਰਕੇ ਜਿਨ੍ਹਾਂ ਨੂੰ ਆਪਣੇ ਅੰਮ੍ਰਿਤ ਨਾਮ ਦੀ ਦਾਤ ਬਖਸ਼ਦੇ ਹੋ। ਨਾਨਕ ਤਾਂ ਕੈ ਬਲ ਬਲ ਜਾਓ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਜਿਨ੍ਹਾਂ ਦੇ ਪੱਲੇ ਤੇਰਾ ਬਖਸ਼ਿਆ ਹੋਇਆ ਅੰਮ੍ਰਿਤ ਨਾਮ ਹੈ। ਉਹਨਾਂ ਤੋਂ ਮਹਾਰਾਜ ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਬਲਿਹਾਰ ਜਾਂਦਾ ਹਾਂ, ਵਾਰੇ ਵਾਰੇ ਜਾਂਦਾ ਹਾਂ ਜਿਹੜੇ ਤੇਰੇ ਨਾਮ ਦੀ ਆਰਾਧਨਾ ਕਰਦੇ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮਰੀ ਕਿਰਪਾ ਮੈਂ ਸੁਖ ਕਨੇਰੇ ਕੋਈ ਨਾ ਜਾਣੈ ਉਚੇ ਤੇਉ ਸਗਲ ਸਮਗਰੀ ਤੁਮਰਾ ਤੁਮਰੀ ਗਤ ਮੇਤ ਦਾਸ ਤੁਮਰੀ ਗਤ ਮੇਤਾ ਤੁਮਹਿ ਜਾਨੀ ਨਾਨਕ ਬੋਲੋ ਜੀ ਵਾਹ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਈ ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਈ। ਅਰਜਨ ਹਰ ਗੋਬਿੰਦ ਨਾਉ ਸਿਮਰਾਓ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਦਾਵੈ ਧਾਈ। ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਈ। ਦਸਾਂ ਪਾਤਸ਼ਾਹ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹ ਦੇਖ ਕੇ ਅੰਡਠ ਕੀਤਾ। ਤਿਨਾ ਪਿਆਰਿਆਂ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਸਨ ਨੇ ਧਰਮ ਵਿੱਚ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਹੇ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸੇ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪਾਜ। ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ। ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਬੀਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਤਾਂ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀਓ ਮਹਾਰਾਜ। ਆਪ ਜਿਉ ਕੇ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ
ਸੱਚਖੰਡ ਸਜੇ ਦੀਵਾਨਾ ਅੰਦਰ ਪਾਵਨ ਆਸਾ ਕੀ ਵਾਰ ਕੀਰਤਨ ਉਪਰੰਤ 6 ਪੌੜੀਆਂ ਆਨੰਦ ਸਾਹਿਬ ਜੀਓ ਕਿਆਂ ਗਾਇਨ ਹੋਈਆਂ। ਆਏ ਪਾਵਨ ਸ਼੍ਰੀ ਮੁਖਵਾਕ ਜੀ ਦੀ ਕਥਾ ਵਿਚਾਰ ਹੋਈ। ਪਾਤਸ਼ਾਹ ਜੀ ਆਪ ਜੀਓ ਕੇ ਬੱਚਿਆਂ ਪਾਸੋਂ ਹਾਜ਼ਰੀਆਂ ਭਰਦਿਆਂ ਹੋਈਆਂ। ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਰਹਿਮਤਾਂ ਕਰਨੀਆਂ। ਸਤਿਗੁਰੂ ਜੀਓ ਦਾਰ ਆਈ ਸੰਗਤ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ। ਚੱਲਿਆ ਕਦਮ ਕਦਮ ਲੇਖੇ ਲਾਉਣਾ। ਘਰਾਂ ਅੰਦਰ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਨਾਮ ਦੀਆਂ ਦਾਤਾਂ ਦੇ ਕੇ ਨਵਾਜਣਾ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਜੀਓ ਪਾਵਨ ਪਵਿੱਤਰ ਖਜ਼ਾਨਿਆਂ ਵੱਲੋਂ ਤਥਾ ਗੁਰੂ ਪਿਆਰੀਆਂ ਸੰਗਤਾਂ ਵੱਲੋਂ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਦੇ ਰਸਨੀ ਲਾਇਕ ਹੋਵੇ। ਸਤਿਗੁਰੂ ਜੀਓ ਅਰਦਾਸਾਂ ਬੇਨਤੀਆਂ ਜੋਦੜੀਆਂ ਭੇਟਾਵਾਂ ਸੇਵਾਵਾਂ ਦਰ ਪ੍ਰਵਾਨ ਕਰਦਿਆਂ ਪਾਵਨ ਸ਼੍ਰੀ ਮੁਖਵਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ। ਸੋਈ ਪਿਆਰੇ ਮੇਲ ਜਿਨ੍ਹਾਂ ਮਿਲਦਿਆਂ ਤੇਰਾ ਨਾਮ ਚਿਤ ਆਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਸਭ ਸਿਖਣ ਕਉ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਬੋ ਚਾਹੈ। ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲਾਂਗੇ। ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਏ। ਖੁਆਰ ਹੋਏ ਸਭ ਮਿਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ। ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ। ਹਮ ਬਾਰਕ ਤੁਮਰੇ ਤਹਾਰੇ। ਜਿਹਵਾ ਏਕ ਕਵਨ ਗੁਣ ਕਹੀਐ। ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਹੀਐ। ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਹੋਵੈ ਸਿਫਤ ਖਸਮੰਡੀ। ਨੂਰ ਅਰਸਹ ਕੁਰਸਹ ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੇ
ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂਦੇ ਜਿਸ ਪਾਸ ਬੈਠਿਆ ਸੋਹੀਐ ਸਭਨਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪੰਜਵਾ। ਕਾਹੂ ਬਿਹਾਵਾ ਰੰਗ ਰਸ ਰੂਪ, ਕਾਹੂ ਬਿਹਾਵਾ ਮਾਏ ਬਾਪ ਪੂਤ, ਕਾਹੂ ਬਿਹਾਵਾ ਰੰਗ ਰਸ ਰੂਪ, ਕਾਹੂ ਬਿਹਾਵਾ ਮਾਏ ਬਾਪ ਪੂਤ, ਕਾਹੂ ਬਿਹਾਵਾ ਰਾਜ ਮਿਲਖ ਵਾਪਾਰਾ, ਸੰਤ ਬਿਹਾਵਾ ਹਰ ਨਾਮ ਆਧਾਰਾ, ਰਚਨਾ ਸਾਚ ਬਣੀ ਸਭ ਕਾ ਏਕ ਧਨੀ ਰਹਾਉ, ਕਾਹੂ ਬਿਹਾਵਾ ਭੇਦ ਅਰਬਾਦ, ਕਾਹੂ ਬਿਹਾਵਾ ਰਸਨਾ ਸਾਰ, ਕਾਹੂ ਬਿਹਾਵਾ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਮ ਮੁਰਾਰੀ, ਕਾਹੂ ਬਿਹਾਵਾ ਖੇਲਤ ਜੂਆ, ਕਾਹੂ ਬਿਹਾਵਾ ਅਮਲੀ ਹੁਆ, ਕਾਹੂ ਬਿਹਾਵਾ ਪਰ ਦਰਦ ਚੁਰਾਏ, ਹਰ ਜਨ ਬਿਹਾਵਾ ਨਾਮ ਧਿਆਏ, ਕਾਹੂ ਬਿਹਾਵਾ ਜੋਗ ਤਪ ਪੂਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਪਵਨ ਧਾਰ ਜਾਤ ਬਿਹਾਏ, ਸੰਤ ਬਿਹਾਵਾ ਕੀਰਤਨ ਗਾਏ, ਕਾਹੂ ਬਿਹਾਵਾ ਦਿਨ ਰੈਨ ਚਾਲਤ, ਕਾਹੂ ਬਿਹਾਵਾ ਸੋਪੜ ਮਾਲਤ, ਕਾਹੂ ਬਿਹਾਵਾ, ਕਾਹੂ ਬਿਹਾਵਾ ਬਾਲ ਪੜਾਵਤ, ਸੰਤ ਬਿਹਾਵਾ ਹਰ ਜਸ ਗਾਵਤ, ਕਾਹੂ ਬਿਹਾਵਾ ਨਟ ਨਾਟਕ ਨਿਰਤੇ, ਕਾਹੂ ਬਿਹਾਵਾ ਜਿਆ ਹੈ ਹਿਰਤੇ, ਕਾਹੂ ਬਿਹਾਵਾ ਰਾਜ ਮਹਿ ਡਰਤੇ, ਸੰਤ ਬਿਹਾਵਾ ਹਰ ਜਸ ਕਰਤੇ, ਕਾਹੂ ਬਿਹਾਵਾ ਮਤਾ ਮਸੂਰਤ, ਕਾਹੂ ਬਿਹਾਵਾ ਸੇਵਾ ਜ਼ਰੂਰਤ, ਕਾਹੂ ਬਿਹਾਵਾ ਸੋਦਤ ਜੀਵਤ, ਸੰਤ ਬਿਹਾਵਾ ਹਰ ਰਸ ਪੀਵਤ, ਜਿਤ ਕੋ ਲਾਇਆ ਤਿਤ ਹੀ ਲਗਾਨਾ, ਨਾ ਕੋ ਮੂੜ ਨਹੀਂ ਕੋ ਸਿਆਨਾ, ਕਰ ਕਿਰਪਾ ਜਿਸ ਦੇਵਾ ਨਾਉ, ਨਾਨਕ ਤਾਂ ਕਾ ਬਲ ਬਲ ਜਾਓ, ਕਰ ਕਿਰਪਾ ਜਿਸ ਦੇਵਾ ਨਾਉ, ਨਾਨਕ ਤਾਂ ਕਾ ਬਲ ਬਲ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਿਨਾਮ 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 ਜੀ। ਵਾਹਿਗੁਰੂ 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 ਜੀ। ਜਪੋ ਸਤਿਨਾਮ 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 ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਵਾਹਿਗੁਰੂ ਡੰਡਾ ਸਰਬ ਕਲਾ ਸਮਰਥ ਡੋਲਨ ਤੇ ਕੋ ਬੈਬਾ ਨਾਨਕ ਦੇ ਕਰਵ सरस आ गया, बरस सरस आ गया, बरस सरस आ गया। हुए आनंद सगर भाग, हुए आनंद सगर भाग, बरस सरस आ गया, बरस सरस आ गया। संग मन पर पड़े, संत संग मन पर पड़े, मेघ तार सुहाग, मेघ तार सुहाग, मेघ तार सुहाग, बरस बरस आ गया, बरस सरस आ गया। हुए
ਮਨ ਮੋਹ ਐਸੋ ਹਰ ਸੰਗ